ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਅੱਜ ਇੱਕ ਵਾਰ ਫਿਰ ਤੋਂ ਲੰਮੀ ਦੂਰੀ ਦੇ ਮਾਧਿਅਮ ਰਾਹੀਂ ਆ ਪ੍ਰੋਗਰਾਮ ਪ੍ਰਾਈਮ ਫੋਕਸ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਦਾ ਦਿਨ ਕਿਉਂਕਿ ਜੇ ਮੈਂ ਗੱਲ ਕਰਾਂ ਭਾਰਤ ਦੀ ਤੇ ਉੱਥੇ ਤੇ ਸੋਮਵਾਰ ਦਾ ਸਵਖਤਾ ਹੁੰਦਾ ਤੇ ਕੈਨੇਡਾ ਵਾਲੇ ਪਾਸੇ ਜੇ ਐਤਵਾਰ ਦੀਆਂ ਸ਼ਾਮਾਂ ਨੇ ਤੇ ਤਾਰਾਂ ਤੂਰਾਂ ਜੋੜਨ ਤੋਂ ਬਾਅਦ ਆਪਾਂ ਇਸ ਵਕਤ ਹਾਜ਼ਰੀ ਲਵਾਉਂਦੇ ਹਾਂ। ਪਨੂ ਸਾਹਿਬ ਨਾਲ ਪਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਪੰਜ ਸੌ ਪਹਿਲੀ ਗੱਲ ਤੇ ਇਹ ਦੱਸੋ ਵੀ ਇਹ ਜਿਸ ਹਿਸਾਬ ਨਾਲ ਰੌਲਾ ਰੱਪਾ ਪਿਆ ਆ, ਕਰੋਨਾ ਕਰੋਨਾ ਕਰੋਨਾ, ਅਖਬਾਰਾਂ ਕਹਿੰਦੀਆਂ ਵੀ 3-3.5 ਲੱਖ ਕੇਸ ਆ, ਪਰ ਜਿਸ ਹਿਸਾਬ ਨਾਲ ਉਧਰ ਸ਼ਮਸ਼ਾਨ ਘਾਟਾਂ 'ਚ ਥਾਂ ਨਹੀਂ ਲੱਭਦੀ, ਜਿਸ ਹਿਸਾਬ ਨਾਲ ਹਸਪਤਾਲਾਂ 'ਚ ਥਾਂ ਨਹੀਂ ਲੱਭਦੀ, ਉਹਦੇ ਤੋਂ ਤੇ ਐਂ ਜਾਪਦਾ ਵੀ ਜਿੱਦਾਂ ਇੰਡੀਆ ਲਗਭਗ ਅੱਧੇ ਤੋਂ ਵੱਧ ਕਰੋਨਾ ਦੀ ਚਪੇਟ 'ਚ ਆ। ਜੋ ਅੰਕੜੇ ਆ ਉਹ ਇਦਾਂ ਦੇ ਕਿਉਂ ਆ ਤੇ ਜਿਹੜਾ ਰੌਲਾ ਰੱਪਾ ਆ ਉਹ ਇਦਾਂ ਦਾ ਕਿਉਂ ਆ ਜੀ? ਫਰਕ ਕਿਉਂ ਦੋਵਾਂ ਚੀਜ਼ਾਂ 'ਚ? ਦੇਖੋ, ਗੱਲ ਇਹ ਹੈ ਕਿ ਜਿੰਨੇ ਕੇਸ ਹੁੰਦੇ ਆ ਸਾਰੇ ਦੇ ਸਾਰੇ ਰਿਪੋਰਟ ਨਹੀਂ ਹੁੰਦੇ ਕਦੇ ਵੀ ਜੀ। ਇਸ ਦੌਰ ਵਿੱਚ ਤੇ ਖਾਸ ਤੌਰ 'ਤੇ ਪਹਿਲਾਂ ਸਾਨੂੰ ਪਿੰਡਾਂ ਤੋਂ ਖਬਰਾਂ ਮਿਲਦੀਆਂ ਸਨ ਕਿ ਜਿਹੜੇ ਪਿੰਡਾਂ 'ਚ 3 ਸਾਲਾਂ 'ਚ ਵੀ ਮੌਤਾਂ ਨਹੀਂ ਸੀ ਹੋਈਆਂ, ਜਦੋਂ ਉੱਥੇ 3-4 ਮਹੀਨਿਆਂ 'ਚ 20-22 ਹੋ ਗਈਆਂ ਨੇ। ਤੇ ਇਹਦਾ ਮਤਲਬ ਕੀ ਹੈ? ਜੀ। ਹਰ ਕੋਈ ਕਹਿੰਦਾ ਜੀ ਜਰਾ ਕੁ ਬੁਖਾਰ ਚੜਿਆ ਸੀ, ਐਵੇਂ ਮਾੜੀ ਜਿਹੀ ਪੀੜ ਹੋਈ ਸੀ। ਅਸਲ ਗੱਲ ਲੋਕ ਨਹੀਂ ਦੱਸ ਰਹੇ, ਔਰ ਬਹੁਤ ਸਾਰੇ ਪਿੰਡਾਂ ਦੀਆਂ ਰਿਪੋਰਟਾਂ ਨੇ ਔਰ ਉਹ ਕਿਤੇ ਦਰਜ ਨਹੀਂ ਹੋ ਰਹੀਆਂ। ਜੇ ਪੰਜਾਬ 'ਚ ਆ ਤਾਂ ਬਾਕੀ ਥਾਵਾਂ 'ਤੇ ਵੀ ਹੋ। ਦੂਸਰਾ ਇਹ ਹੈ ਕਿ ਇੱਥੇ ਜਲੰਧਰ ਵਰਗੇ ਸ਼ਹਿਰ 'ਚ, ਲੁਧਿਆਣੇ ਵਰਗੇ ਸ਼ਹਿਰ ਵਿੱਚ ਵੀ ਕੁਝ ਮੌਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਂਢ ਗੁਆਂਢ ਪਤਾ ਹੁੰਦਾ ਕਿ ਕਰੋਨਾ ਦੇ ਨਾਲ ਮੌਤ ਹੋਈ ਹੈ। ਨਾ ਉਹ ਸਰਕਾਰ ਨੂੰ ਦੱਸਦੇ ਆ, ਨਾ ਸਿਹਤ ਵਿਭਾਗ ਨੂੰ ਦੱਸਦੇ ਆ। ਰਿਸ਼ਤੇਦਾਰਾਂ ਨੂੰ ਕਹਿੰਦੇ ਆ ਤੁਸੀਂ ਆਇਓ ਨਾ, ਅਸੀਂ ਚੁੱਪ ਕਰਕੇ ਸੰਸਕਾਰ ਕਰਨਾ। ਜੇ ਪੁੱਛੇ ਕੋਈ ਕਿਉਂ, ਉੱਦਾਂ ਪਾਬੰਦੀਆਂ ਜਿਹੀਆਂ ਨੇ, ਪਰ ਅਸਲ ਗੱਲ ਸਾਰਿਆਂ ਨੂੰ ਪਤਾ ਹੁੰਦੀ ਹੈ। ਮੈਨੂੰ ਕੁਝ ਲੋਕਾਂ ਦਾ ਪਤਾ ਜਿਨ੍ਹਾਂ ਨੇ ਡਾਕਟਰਾਂ ਤੋਂ ਦਵਾਈ ਲੈ ਕੇ ਆਪੋ ਆਪਣੇ ਘਰ 14-14 ਦਿਨ, ਇੱਥੋਂ ਤੱਕ ਕਿ ਮਹੀਨਾ ਵੀ ਕੱਟ ਲਿਆ, ਠੀਕ ਵੀ ਹੋ ਗਏ ਆ, ਪਰ ਉਹਨਾਂ ਦੇ ਨਾਲ ਦੇ ਕੁਝ ਮਰ ਗਏ ਆ। ਜਿਹੜੇ ਠੀਕ ਹੋ ਗਏ ਨਾ ਉਹਨਾਂ ਦੱਸਿਆ ਤੇ ਨਾ ਜਿਹੜੇ ਮਰ ਗਏ ਉਹਨਾਂ ਦੇ ਘਰਦਿਆਂ ਨੇ ਦੱਸਿਆ। ਜੀ। ਇਹ ਗੱਲ ਦਿੱਲੀ 'ਚ ਵੀ ਹੋ ਸਕਦੀ ਹੈ, ਰਾਜਧਾਨੀ 'ਚ। ਇਹ ਗੱਲ ਬਾਕੀ ਥਾਵਾਂ 'ਤੇ ਵੀ ਹੋ ਸਕਦੀ ਹੈ। 4 ਦਿਨ ਪਹਿਲਾਂ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਖਬਰ ਏਜੰਸੀ ਆ ਰਾਈਟਰ, ਉਹਨਾਂ ਨੇ ਦਿੱਲੀ ਦੇ ਇੱਕ ਸ਼ਮਸ਼ਾਨ ਘਾਟ ਦੀ ਡਰੋਨ ਦੀ ਫੋਟੋ ਦਿਖਾਈ, ਜਿਹਦੇ ਵਿੱਚ ਉਸ ਸ਼ਮਸ਼ਾਨ ਘਾਟ ਦੇ ਵਿੱਚ ਸਿਵੇ ਹੀ ਸਿਵੇ ਬਲਦੇ ਪਏ ਆ। ਅਤੇ ਉਹਦੇ 'ਚ ਸਾਫ਼ ਦਿਸਦਾ ਕਿ ਜਿਹੜੇ ਸਲਾਟ ਬਣੇ ਆ, ਖੱਡੇ ਬਣੇ ਆ ਸੰਸਕਾਰ ਕਰਨ ਵਾਸਤੇ, ਉਹ ਹੋਣਗੇ 20-25। ਬਾਕੀ ਤਕਰੀਬਨ ਮੇਰਾ ਖਿਆਲ ਹੈ ਕਿ 100 ਤੋਂ ਵੱਧ ਆਸੇ ਪਾਸੇ ਸਿਵੇ ਬਲਦੇ ਪਏ। ਜੀ। ਇੱਕ ਹੋਰ ਥਾਂ ਤੋਂ ਮੈਨੂੰ 2-3 ਦਿਨ ਪਹਿਲਾਂ ਕਿਸੇ ਨੇ ਰਾਤ ਨੂੰ ਭੇਜ ਦਿੱਤੀ ਇੱਕ ਵੀਡੀਓ, ਦਿੱਲੀ ਤੋਂ ਪੱਤਰਕਾਰ ਸੀਨੀਅਰ ਨੇ। ਆ ਵੇਖ ਕੀ ਹੋ ਰਿਹਾ। ਉਹ ਵੀਡੀਓ ਮੈਂ ਦੇਖੀ। ਮੈਂ ਉਸ ਦਿਨ ਕਿਸੇ ਹੋਰ ਪੱਤਰਕਾਰ ਨੇ ਬਾਹਰੋਂ ਵਿਦੇਸ਼ ਤੋਂ ਫੋਨ ਕਰਤਾ ਜ਼ਰੂਰੀ ਕੰਮ ਲਈ, ਅਤੇ 1:40 'ਤੇ ਉੱਠਿਆ ਸਾਂ ਅਤੇ ਉਹਦੀ ਗੱਲ ਸੁਣ ਕੇ 1:50 'ਤੇ ਮੈਂ ਵੇਖੀ। ਅਤੇ ਮੈਂ ਕਿਹਾ ਪਤਾ ਨਹੀਂ ਕੀ, ਜਦੋਂ ਮੈਂ ਵੀਡੀਓ ਲਾਈ ਅਤੇ ਉਹਦੇ 'ਚ ਇਹ ਹੈ ਕਿ ਲਾਸ਼ਾਂ ਇੰਨੀਆਂ ਹੋ ਗਈਆਂ ਕਿ ਪਰਿਵਾਰਾਂ ਦੀ ਸਹਿਮਤੀ ਨਾਲ 12-12, 14-14 ਲਾਸ਼ਾਂ ਦਾ ਇੱਕ ਸਿਵਾ ਬਣਾ ਕੇ ਤੇ ਸੰਸਕਾਰ ਕੀਤਾ ਜਾ ਰਿਹਾ। ਜੀ। ਜਿੱਦਾਂ ਪੌੜੀ ਹੁੰਦੀ ਪੁਰਾਣੀ ਬਾਂਸ ਦੀ ਅਤੇ ਉਹਦੇ ਨਾਲ ਡੰਡੇ ਲੱਗੇ ਹੁੰਦੇ ਸੀ, ਇਸ ਤਰ੍ਹਾਂ ਲੰਮਾ ਸਿਵਾ ਜਿਹਦੇ ਉੱਤੇ ਲਾਸ਼ਾਂ ਚਿਣੀਆਂ ਜਾ ਰਹੀਆਂ ਨੇ। ਚਿਣ ਤੋਂ ਬਾਅਦ ਸੰਸਕਾਰ ਕੀਤਾ ਜਾ ਰਿਹਾ। ਉਹਨਾਂ ਦੇ ਵਿਚਾਲੇ ਔਖੇ ਹੋ ਕੇ ਵੀ ਸਾਡੇ ਕੱਪੜਿਆਂ ਨੂੰ ਅੱਗ ਨਾ ਪੈ ਜਾਏ, ਵਲੰਟੀਅਰ ਜਿਹੜੇ ਆ ਜਾਂ ਰਿਸ਼ਤੇਦਾਰ ਭੱਜ ਕੇ ਇੱਧਰੋਂ ਜਾ ਕੇ ਉੱਧਰ ਕਰਦੇ ਪਏ ਨੇ। ਇਹ ਸਾਰਾ ਕੁਝ ਜੋ ਮੈਂ ਵੇਖਦਾ ਪਿਆ, ਅੱਜ ਹੁਣ ਪਤਾ ਲੱਗਾ ਕਿ ਬਾਕੀ ਥਾਵਾਂ ਦੇ ਉੱਤੇ ਤਾਂ ਛੱਡੋ, ਵੱਡੇ ਸ਼ਹਿਰਾਂ ਦੇ ਵਿੱਚ ਵੀ ਕਬਰਸਤਾਨਾਂ 'ਚ ਜਗ੍ਹਾ ਨਹੀਂ ਰਹਿ ਗਈ। ਲੋਕਾਂ ਨੇ ਸੜਕਾਂ ਦੇ ਕੰਢੇ, ਜਿਹੜੇ ਧਰਮਾਂ ਦੇ ਵਿੱਚ ਅੰਤਿਮ ਸੰਸਕਾਰ ਕਰਨ ਦਾ ਰਿਵਾਜ ਨਹੀਂ, ਮੁਰਦੇ ਦਫਨਾਉਣੇ ਸ਼ੁਰੂ ਕਰ ਦਿੱਤੇ। ਜੀ। ਅੱਜ ਦਿੱਲੀ ਦੇ ਇੱਕ ਏਰੀਏ ਦੀ ਖਬਰ ਆਈ ਹੈ ਕਿ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਇੰਨੀਆਂ ਲਾਸ਼ਾਂ ਆ ਰਹੀਆਂ ਨੇ ਕਿ ਜੇ ਪਹਿਲਿਆਂ ਦੇ ਫੁੱਲ ਚੁਣੇ ਨਹੀਂ ਹੁੰਦੇ ਤੇ ਹੋਰ ਲੋਕ ਆ ਜਾਂਦੇ ਆ। ਉਹਦਾ ਕਰਕੇ ਉਹਨਾਂ ਨੇ ਨੇੜੇ ਇੱਕ ਕਮਿਊਨਿਟੀ ਪਾਰਕ ਸੀਗਾ, ਉਹਦੇ ਵਿੱਚ ਟੈਂਪਰੇਰੀ ਸ਼ਮਸ਼ਾਨ ਘਾਟ ਬਣਾ ਕੇ ਠੇਕੇਦਾਰ ਨੂੰ ਕਿਹਾ ਕਿ ਫਟਾਫਟ 2 ਦਿਨਾਂ ਦੇ ਅੰਦਰ ਅੰਦਰ ਸਿਵਿਆਂ ਵਾਸਤੇ ਇੰਨੇ ਸਲਾਟ ਬਣਾ ਦੇ। ਕਾਹਲੀ 'ਚ ਇੱਟਾਂ ਲਾਈਆਂ ਜਾ ਰਹੀਆਂ ਨੇ ਥੋੜ੍ਹੀ ਥਾਂ 'ਤੇ। ਕੱਲ੍ਹ ਤੋਂ ਚੱਲ ਪਏਗਾ। ਦਿੱਲੀ ਦੀ ਗੀਤਾ ਕਲੋਨੀ ਦੀ 2 ਦਿਨ ਪਹਿਲਾਂ ਖਬਰ ਆਈ ਸੀ ਕਿ ਉੱਥੇ ਅੰਤਿਮ ਸੰਸਕਾਰ ਕਰਨ ਵਾਸਤੇ 29 ਸਲਾਟ ਨੇ, 29। ਜੀ। ਅਤੇ ਲਾਸ਼ਾਂ ਦੁੱਗਣੇ ਤੋਂ ਵੱਧ, ਯਾਨੀ 60 ਤੋਂ ਵੱਧ ਆ ਗਈਆਂ। ਅਤੇ ਉਹਨਾਂ ਨੇ ਆਖਿਆ ਜੀ ਅਜੇ ਤਾਂ ਪਹਿਲੀਆਂ ਦਾ ਸੰਸਕਾਰ ਨਹੀਂ ਹੋਇਆ, ਬਾਕੀ ਅਸੀਂ ਉੱਥੇ ਰਖਾਤੀ, ਅਸੀਂ ਕੀ ਕਰੀਏ, ਗੇਟ ਬੰਦ ਕਰ ਦਿੱਤੇ ਕਿ ਹੁਣ ਹੋਰ ਕੋਈ ਨਾ ਲਿਓ। ਇਹ ਹਾਲਾਤ ਨੇ। ਲਖਨਊ ਦੀ ਅੱਜ
ਥੋੜ੍ਹੀ ਦੇਰ ਪਹਿਲਾਂ ਮੈਂ ਵੀਡੀਓ ਦੇਖਦਾ ਹਟਿਆ, ਇੱਕ ਮੁੰਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਬਾਪ ਦੀ ਲਾਸ਼ ਲੈ ਕੇ ਹਸਪਤਾਲ 'ਚ ਬੈਠਾ ਉਡੀਕਦਾ ਕਿ ਮੈਨੂੰ ਕੋਈ ਐਂਬੂਲੈਂਸ ਮਿਲ ਜਾਵੇ, ਕੋਈ ਡੈੱਡ ਬਾਡੀ ਵੈਨ ਮਿਲ ਜਾਵੇ ਜਿਹਦੇ 'ਤੇ ਮੈਂ ਰੱਖ ਕੇ ਲੈ ਜਾ। ਕੁਛ ਨਹੀਂ ਮਿਲਿਆ। ਫਿਰ ਉਹਦੇ ਉੱਤੇ ਉਹਦੇ ਕੋਲ ਛੋਟੀ ਕਾਰ ਹੈ, ਆਪਣੇ ਬਾਪ ਦੀ ਲਾਸ਼ ਉਹਨੇ ਛੋਟੀ ਕਾਰ ਦੀ ਛੱਤ 'ਤੇ ਰੱਸੀਆਂ ਨਾਲ ਬੰਨ੍ਹੀ ਹੈ ਅਤੇ ਲੈ ਕੇ ਸ਼ਮਸ਼ਾਨ ਘਾਟ ਨੂੰ ਤੁਰ ਪਿਆ। ਅੱਗੇ ਪਤਾ ਨਹੀਂ ਸ਼ਮਸ਼ਾਨ ਘਾਟ 'ਚ ਵੀ ਜਗ੍ਹਾ ਮਿਲਣੀ ਕਿ ਨਹੀਂ ਮਿਲਣੀ। ਸ਼ਮਸ਼ਾਨ ਘਾਟਾਂ ਵਾਲੇ ਕਹਿੰਦੇ ਜੀ ਸਾਡੇ ਕੋਲ ਲੱਕੜਾਂ ਦਾ ਪ੍ਰਬੰਧ ਨਹੀਂ ਹੋ ਰਿਹਾ। ਇਹ ਵੀ ਦਿਨ ਆਉਣੇ ਸੀ ਕਿ ਬੰਦੇ ਨੂੰ ਸਾੜਨ ਵਾਸਤੇ ਵੀ ਜਗ੍ਹਾ ਨਾ ਲੱਭੇ, ਲੱਕੜਾਂ ਨਾ ਲੱਭਣ, ਦੱਬਣ ਵਾਸਤੇ ਕਬਰਾਂ ਨਾ ਲੱਭਣ। ਜਿਹੜੀ 3.5 ਗਜ 3.5 ਹੱਥ ਮਿਲਕ ਤੁਹਾਡੀ ਵਾਲੀ ਗੱਲ ਉਹ ਵੀ ਗਈ। ਇਹ ਜਿਹੜੇ ਹਾਲਾਤ ਨੇ ਇਹਨਾਂ ਨੂੰ ਵੇਖੋ। ਹੁਣ 21 ਤਰੀਕ ਤੋਂ ਰੋਜ਼ ਦੇ 3 ਲੱਖ ਤੋਂ ਕੇਸ ਵਧਣੇ ਸ਼ੁਰੂ ਹੋਏ। ਜੀ 3,16,000, 3,32,000, 3,46,000, ਫਿਰ 3,49,000। ਕੱਲ੍ਹ ਸਵੇਰੇ ਮੇਰਾ ਖਿਆਲ ਹੈ ਕਿ 3.5 ਤੋਂ ਉੱਪਰ ਹੀ ਆਉਣਾ, 360 ਵੀ ਹੋ ਸਕਦਾ, ਪਤਾ ਨਹੀਂ ਕੀ ਹੋਣਾ। 20 ਤਰੀਕ ਨੂੰ ਪਹਿਲੀ ਵਾਰੀ ਮੌਤਾਂ ਦੀ ਡੇਲੀ ਗਿਣਤੀ 2020 ਹੋਈ, 21 ਨੂੰ 2104 ਹੋਈ, 22 ਨੂੰ ਫਿਰ 2256, 23 ਨੂੰ 2621 ਅਤੇ ਅੱਜ 2761 ਮੌਤਾਂ ਦੀ ਖਬਰ ਆ ਗਈ ਜੀ। ਭਾਰਤ ਵਿੱਚ। ਇੰਨੀਆਂ ਮੌਤਾਂ, ਇਹ ਉਹ ਮੌਤਾਂ ਜਿਹੜੀਆਂ ਰਿਪੋਰਟਡ ਨੇ, ਜਿਹੜੀਆਂ ਬਿਨਾਂ ਦੱਸੇ ਤੋਂ ਹੋ ਰਹੀਆਂ। ਕਿਸੇ ਥਾਂ 'ਤੇ ਕਿਸੇ ਨੂੰ ਦੱਸਿਆ ਨਹੀਂ ਜਾ ਰਿਹਾ, ਚੁੱਪ ਚਪੀਤੇ ਸੰਸਕਾਰ ਕੀਤੇ ਜਾ ਰਹੇ। ਉਹਨਾਂ ਦਾ ਕੀ ਕਰੇ? ਬਹੁਤ ਬੁਰੇ ਹਾਲਾਤ ਨੇ। ਇਹਨਾਂ ਬੁਰੇ ਹਾਲਾਤ ਦੇ ਵਿੱਚ ਸਾਰੀਆਂ ਧਿਰਾਂ ਨੂੰ ਰਲ ਕੇ ਚੱਲਣਾ ਪੈਣਾ, ਨਹੀਂ ਤਾਂ ਰਲ ਕੇ ਨਾ ਚੱਲੇ ਤੇ ਇਹ ਕੰਮ ਔਖਾ ਹੋ ਜਾਣਾ। ਜੀ ਜੀ। ਅਜੇ ਤੱਕ ਵੀ ਕਿਤੇ ਨਾ ਕਿਤੇ ਅੜਚਣਾਂ ਆਉਂਦੀਆਂ। ਮਿਸਾਲ ਦੇ ਤੌਰ 'ਤੇ ਇਸ ਹਫ਼ਤੇ ਚੋਣਾਂ ਦੇ ਚੱਕਰ ਤੋਂ ਵਿਹਲੇ ਹੋ ਕੇ ਸਾਡੇ ਪ੍ਰਧਾਨ ਮੰਤਰੀ ਨੇ ਉਦੋਂ ਮੀਟਿੰਗ ਕੀਤੀ ਜਦੋਂ ਰੋਜ਼ਾਨਾ ਕੇਸਾਂ ਦੀ ਗਿਣਤੀ 3,16,000, 3,31,000 ਇੱਥੋਂ ਟੱਪ ਗਈ। ਜਦੋਂ ਮੌਤਾਂ ਦੀ ਗਿਣਤੀ 2,000, 2,100 ਟੱਪ ਕੇ 2,300 ਨੂੰ ਪਹੁੰਚ ਗਈ, ਉਦੋਂ ਪ੍ਰਧਾਨ ਮੰਤਰੀ ਨੇ ਆ ਕੇ ਮੀਟਿੰਗ ਕੀਤੀ। ਜਿਹੜੇ 10 ਸੂਬਿਆਂ 'ਚ ਜ਼ਿਆਦਾ ਕਹਿਰ ਹੈ, ਉਹਨਾਂ 10 ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ। ਪਤਾ ਨਹੀਂ ਕਿਉਂ ਉਹਦੇ 'ਚ ਪੰਜਾਬ ਸ਼ਾਮਲ ਨਹੀਂ, ਮੈਨੂੰ ਦੱਸਿਆ। ਜੀ। ਪੰਜਾਬ ਇਸ ਵੇਲੇ ਮੌਤਾਂ ਦੀ ਗਿਣਤੀ ਤੋਂ 7ਵੇਂ ਨੰਬਰ 'ਤੇ ਹੈ। ਮੈਂ ਤੁਹਾਨੂੰ ਦੱਸ ਦਿਆਂ ਕਿ ਸਭ ਤੋਂ ਵੱਧ ਮੌਤਾਂ ਹੁਣ ਤੱਕ 63,928 ਹੋ ਚੁੱਕੀਆਂ ਨੇ ਮਹਾਰਾਸ਼ਟਰ 'ਚ। ਅੰਕੜੇ ਮੇਰੇ ਕੋਲ ਪਏ ਨੇ। ਦੂਜਾ ਨੰਬਰ ਕਰਨਾਟਕਾ ਦਾ, ਜਿੱਥੇ 14,283 ਮੌਤਾਂ ਹੋ ਚੁੱਕੀਆਂ ਨੇ। ਦਿੱਲੀ 'ਚ 13,898, ਯਾਨੀ 14 ਤੋਂ ਸਿਰਫ 102 ਘੱਟ ਹੈ, ਇੰਨੀਆਂ ਮੌਤਾਂ ਹੋ ਚੁੱਕੀਆਂ ਨੇ। ਤਾਮਿਲਨਾਡੂ 'ਚ 13,500, ਯੂਪੀ 'ਚ 10,959, ਇਹਦਾ ਮਤਲਬ 11 ਹੋ ਗਈਆਂ। ਪੱਛਮੀ ਬੰਗਾਲ 'ਚ 10,884 ਅਤੇ ਪੰਜਾਬ ਦੇ ਵਿੱਚ 8,356 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਇਹ ਉਹ ਮੌਤਾਂ ਨੇ ਜਿਹੜੀਆਂ ਰਿਪੋਰਟਡ ਨੇ, ਜਿਹੜੀਆਂ ਕਿਸੇ ਨੇ ਦੱਸਿਆ ਹੀ ਨਹੀਂ, ਚੁੱਪ ਚਪੀਤਾ ਸੰਸਕਾਰ ਕਰ ਦਿੱਤਾ ਗਿਆ। ਆਪੋ ਵਿੱਚ ਘਰਦਿਆਂ ਨੂੰ ਪਤਾ, ਰਿਸ਼ਤੇਦਾਰਾਂ ਨੂੰ ਪਤਾ, ਔਰ ਅੱਧੇ ਰਿਸ਼ਤੇਦਾਰਾਂ ਨੂੰ ਵੀ ਦੱਸਿਆ ਨਹੀਂ ਜਾਂਦਾ। ਉਹ ਜੇ ਗਣੀਏ ਫਿਰ ਹਾਲਤ ਬਹੁਤ ਜ਼ਿਆਦਾ ਖਸਤਾ, ਇੰਨੀ ਖਸਤਾ ਕਿ ਗਿਣੀ ਨਹੀਂ ਜਾਂਦੀ। ਜੀ। ਪ੍ਰਬੰਧ ਪੂਰੇ ਨਹੀਂ। ਅਤੇ ਪ੍ਰਧਾਨ ਮੰਤਰੀ ਦੀ ਮੀਟਿੰਗ ਹੋਈ, ਉਹਦੇ ਵਿੱਚ ਵੀ ਥੋੜ੍ਹੀ ਜਿਹੀ ਕੁੜੱਤਣ ਇਸ ਕਰਕੇ ਆ ਗਈ ਕਿ ਅਰਵਿੰਦ ਕੇਜਰੀਵਾਲ ਨੂੰ ਆਮ ਤੌਰ 'ਤੇ ਲੋਕ ਸਿਆਣਾ ਸਮਝ ਲੈਂਦੇ। ਉਹਨੇ ਚੱਲਦੀ ਮੀਟਿੰਗ ਜਦੋਂ ਆਪ ਬੋਲਣ ਲੱਗਾ ਅਤੇ ਆਪਣਾ ਭਾਸ਼ਣ ਉਹਨੇ ਲਾਈਵ ਕਰਤਾ। ਫਿਰ ਉਹਨੂੰ ਦੂਜਿਆਂ ਨੇ ਆਖਿਆ ਕਿ ਇਹੋ ਜਿਹੇ ਮੌਕੇ ਰਾਜਨੀਤੀ ਨਹੀਂ ਕਰੀਦੀ। ਉਹ ਕਹਿੰਦਾ ਰਾਜਨੀਤੀ ਨਹੀਂ, ਇਸ ਤਰ੍ਹਾਂ ਦੀ ਕੋਈ ਇੰਸਟਰਕਸ਼ਨ ਨਹੀਂ, ਕਿਸੇ ਨੇ ਆਖਿਆ ਨਹੀਂ ਸੀ ਕਿ ਇਹਨੂੰ ਤੁਸੀਂ ਲਾਈਵ ਨਹੀਂ ਕਰਨਾ, ਇਸ ਕਰਕੇ ਮੈਂ ਕਰਤਾ, ਅੱਗੇ ਤੋਂ ਨਹੀਂ ਕਰੂੰਗਾ, ਮਾਫੀ ਮੰਗਦਾ। ਪਰ ਇਹ ਕਰਨ ਦੀ ਲੋੜ ਨਹੀਂ ਸੀ। ਇਹ ਸਾਰਾ ਕੁਝ ਜਿਹੜਾ ਮੀਟਿੰਗ 'ਚ ਪ੍ਰਬੰਧਾਂ ਬਾਰੇ ਗੱਲ ਹੋਣੀ ਸੀ, ਉਹ ਹੋਣੀ ਚਾਹੀਦੀ ਸੀ। ਇਸ ਵੇਲੇ ਸਾਰੀਆਂ ਧਿਰਾਂ ਨੂੰ ਰਾਜਨੀਤੀ ਪਾਸੇ ਛੱਡ ਕੇ ਆਪਸ ਵਿੱਚ ਤਾਲਮੇਲ ਕਰਕੇ ਚੱਲਣ ਦੀ ਲੋੜ ਹੈ। ਜੇ ਤਾਲਮੇਲ ਕਰਕੇ ਨਾ ਚੱਲੇ, ਇਹ ਜਿਹੜਾ ਭਾਰਤ ਹੈ ਬਹੁਤ ਵੱਡੀ ਉਲਝਣ 'ਚ ਫਸ ਗਿਆ, ਮੰਝ ਧਾਰ 'ਚ ਬੇੜੀ ਫਸੀ ਆ। ਇਹ 'ਚੋਂ ਨਿਕਲਣਾ ਬਹੁਤ ਔਖਾ। ਸਾਰੀਆਂ ਧਿਰਾਂ ਨੂੰ ਸਹਿਯੋਗ ਕਰਨਾ ਪੈਣਾ, ਨਹੀਂ ਤੇ ਬਹੁਤ ਔਖਾ। ਜੀ। ਪਰ ਸੋ ਇਹ ਤੁਹਾਡੀਆਂ ਗੱਲਾਂ ਤੋਂ ਅੰਦਾਜ਼ਾ ਬਿਲਕੁਲ ਲੱਗ ਸਕਦਾ ਕਿ ਇਸ ਵਕਤ ਹਾਲਾਤ ਕੀ ਹੋ ਸਕਦੇ ਆ। ਇਸੇ ਕਰਕੇ ਹੀ ਜਿਹੜੇ ਬਹੁਤ ਸਾਰੇ ਬਾਹਰਲੇ ਮੁਲਕ ਨੇ, ਉਹਨਾਂ ਨੇ ਜਿਹੜੀਆਂ ਫਲਾਈਟਾਂ ਆਉਣ ਵਾਲੀਆਂ ਸੀਗੀਆਂ ਇੰਡੀਆ ਤੋਂ, ਉਹਨਾਂ ਸਾਰਿਆਂ ਨੂੰ ਰੋਕ ਦਿੱਤਾ। ਅਮਰੀਕਾ ਵੱਲੋਂ ਵੀ ਮਦਦ ਦੀ ਪੇਸ਼ਕਸ਼ ਹੋਈ ਆ, ਹੋਰਨਾਂ ਕਈ ਦੇਸ਼ਾਂ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ।
ਇਹ ਸਾਰੇ ਕੁਛ ਦੇ ਵਿੱਚ ਜਿਹੜਾ ਗੁਆਂਢ ਵਾਲੇ ਇਮਰਾਨ ਖਾਨ ਹੋਰਾਂ ਨੇ ਪੇਸ਼ਕਸ਼ ਦੀ ਗੱਲ ਕੀਤੀ ਆ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ? ਮੈਂ ਸਮਝਦਾ ਕਿ ਘੱਟੋ ਘੱਟ ਇਹੋ ਜਿਹੇ ਮੌਕੇ ਤੇ ਪੇਸ਼ਕਸ਼ ਕਰਨੀ ਵੀ ਬਣਦੀ ਸੀ, ਉਹਨਾਂ ਲੇਟ ਕਰ ਦਿੱਤੀ ਆ, ਪਹਿਲਾਂ ਕਰ ਦਿੰਦੇ ਹੋਰ ਜ਼ਿਆਦਾ ਚੰਗਾ ਹੁੰਦਾ, ਪਰ ਫਿਰ ਵੀ ਕੀਤੀ ਹੈ। ਅੱਗੇ ਵੀ ਔਖ ਦੀਆਂ ਘੜੀਆਂ 'ਚ ਅਸੀਂ ਕਰਦੇ ਰਹੇ, ਇੱਕ ਦੂਸਰੇ ਦੀ ਦੋਵੇਂ ਤਰ੍ਹਾਂ ਕਰਦੇ ਰਹੇ। ਇੱਕ ਵਾਰੀ ਜਿੱਥੇ ਦੁਨੀਆ ਦਾ ਸਭ ਤੋਂ ਉੱਚਾ ਮੋਰਚਾ ਲੱਗਾ ਸਿਆਚਿਨ ਗਲੇਸ਼ੀਅਰ ਤੇ, ਉੱਥੇ ਪਾਕਿਸਤਾਨ ਵਾਲੇ ਪਾਸੇ ਬਰਫਾਨੀ ਤੂਫਾਨ ਆ ਗਿਆ ਸੀ। ਉਹਨਾਂ ਦੇ ਜਵਾਨਾਂ ਕੋਲ ਰਾਹ ਨਹੀਂ ਰਹਿ ਗਿਆ, ਕੁਝ ਮਰ ਗਏ ਸਨ, ਕੁਝ ਜਿਹੜੇ ਬਚ ਗਏ ਉਹਨਾਂ ਨੂੰ ਫਿਰ ਕੋਈ ਬਚਾਉਣ ਵਾਸਤੇ ਸਾਡੇ ਵਾਲੇ ਫੌਜੀ ਇੱਧਰੋਂ ਗਏ, ਇਹਨਾਂ ਨੇ ਬੰਦੇ ਵੀ ਬਚਾ ਕੇ ਲੈ ਆਂਦੇ, ਉਹਨਾਂ ਦੇ ਹਥਿਆਰ ਵੀ ਲੈ ਆਂਦੇ, ਅਤੇ ਜਦੋਂ ਤੂਫਾਨ ਸ਼ਾਂਤ ਹੋ ਗਿਆ ਤੇ ਉਹਨਾਂ ਬੰਦਿਆਂ ਨੂੰ ਵੀ ਵਾਪਸ ਉਸੇ ਤਰ੍ਹਾਂ ਕੀਤਾ, ਤੇ ਜਿਹੜੇ ਹਥਿਆਰ ਕੱਲ੍ਹ ਨੂੰ ਸਾਡੇ ਉੱਤੇ ਚੱਲ ਸਕਦੇ ਆ ਉਹ ਵੀ ਰੱਖੇ ਨੇ, ਉਹਨਾਂ ਨੂੰ ਮੋੜ ਤੇ ਸੀ, ਉਹਨਾਂ ਨੂੰ ਆਖਿਆ ਲੜਾਈ ਆਪਣੀ ਥਾਂ। ਆਹ ਸੰਕਟ ਦੀ ਘੜੀ, ਜਿਹੜਾ ਕੁਦਰਤੀ ਸੰਕਟ ਆ, ਉਹਦੇ ਵਿੱਚ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਤੁਹਾਨੂੰ ਮਰਨ ਦਿੰਦੇ, ਉਹ 'ਚ ਮਦਦ ਕੀਤੀ ਸੀ। 2-3 ਵਾਰੀ ਇਹੋ ਜਿਹੇ ਮੌਕੇ ਆਏ ਨੇ ਜਦੋਂ ਤੂਫਾਨ ਆਇਆ, ਉੱਧਰਲੇ ਇੱਧਰ ਆ ਗਏ ਅਤੇ ਇੱਧਰਲੇ ਉੱਧਰ ਆ ਗਏ, ਅਤੇ ਇੱਕ ਦੂਸਰੇ ਦੀ ਮਦਦ ਕੀਤੀ ਹੈ। ਇਸ ਵੇਲੇ 100 ਤੂਫਾਨਾਂ ਨਾਲੋਂ ਵੱਡਾ ਤੂਫਾਨ, ਕਈ ਸੁਨਾਮੀਆਂ ਨਾਲੋਂ ਵੱਡੀ ਸੁਨਾਮੀ ਆ ਚੁੱਕੀ ਹੈ। ਏਡੀ ਵੱਡੀ ਸੁਨਾਮੀ ਆ ਜਿਹਦਾ ਕੋਈ ਅੰਤ ਨਹੀਂ ਆ ਰਿਹਾ। ਹੁਣ ਤੱਕ ਦੁਨੀਆ ਭਰ 'ਚ 31 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਏਡੇ ਵੱਡੇ ਸੰਕਟ ਦੇ ਸਮੇਂ ਸਾਰੀਆਂ ਧਿਰਾਂ ਨੂੰ ਇੱਕ ਦੂਸਰੇ ਨਾਲ ਮਿਲ ਕੇ ਚੱਲਣਾ ਚਾਹੀਦਾ। ਰਹਿ ਗਈ ਗੱਲ ਫਲਾਈਟਾਂ ਬੰਦ ਕਰਨ ਦੀ, ਸਾਡੇ ਫਲਾਈਟਾਂ ਬੰਦ ਕੀਤੀਆਂ ਨੇ, ਕਰ ਦੇਣ। UK ਵਾਲਿਆਂ ਨੇ ਕੀਤੀਆਂ ਨੇ। ਇਹ ਵੇਖਣਾ ਚਾਹੀਦਾ ਕਿ ਛੋਟਾ ਜਿਹਾ ਦੇਸ਼ ਹੈ, ਉਸ ਦੇਸ਼ ਦੇ ਵਿੱਚ ਕਿੰਨੀਆਂ ਮੌਤਾਂ ਹੋ ਗਈਆਂ। ਇੰਨਾ ਵਿਕਸਿਤ ਦੇਸ਼ ਹੈ, ਡਿਸਿਪਲਿਨਡ ਦੇਸ਼ ਹੈ, ਪਰ ਉੱਥੋਂ ਦੇ ਲੋਕ ਵੀ ਅਜੇ ਤੱਕ ਮੌਤ ਨੂੰ ਮਜ਼ਾਕ ਕਰਦੇ ਆ। ਅੱਜ ਉੱਥੇ ਲੰਡਨ ਦੇ ਹਾਈਡ ਪਾਰਕ ਦੇ ਵਿੱਚ ਮੁਜ਼ਾਹਰਾ ਹੋਇਆ ਕਿ ਅਸੀਂ ਪਾਬੰਦੀਆਂ 'ਚ ਨਹੀਂ ਰਹਿਣਾ। ਪੁਲਿਸ ਨਾਲ ਹੱਥੋਂ ਪਾਈ ਹੋਈ ਹੈ, ਅਤੇ ਫੋਟੋ ਵੇਖਣ ਨੂੰ ਮਿਲੀਆਂ ਨੇ ਕਿ ਕੁਝ ਪੁਲਿਸ ਵਾਲੇ ਜ਼ਖਮੀ ਹੋਏ ਨੇ। ਸੰਕਟ ਤਾਂ ਉੱਥੇ ਵੀ ਬਹੁਤ ਹੈ, ਉਹ ਸਾਡੀਆਂ ਫਲਾਈਟਾਂ ਬੰਦ ਕਰਦੇ ਆ। ਚਾਹੀਦਾ ਇਹ ਸੀ ਕਿ ਜਦੋਂ ਉਹਨਾਂ ਦੇ ਜ਼ਿਆਦਾ ਸੰਕਟ ਸੀ, ਭਾਰਤ ਪਹਿਲਾਂ ਬੰਦ ਕਰ ਦਿੰਦਾ। ਇਸ ਸੰਕਟ ਦੇ ਵਿੱਚ ਕੈਨੇਡਾ ਨੇ ਵੀ ਫਲਾਈਟਾਂ ਬੰਦ ਕਰ ਦਿੱਤੀਆਂ ਨੇ। ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਗਿਣਤੀ ਕਰੀਏ ਤਾਂ ਕੈਨੇਡਾ 'ਚ ਮੌਤਾਂ ਘੱਟ ਹੋਈਆਂ ਨੇ, ਪਰ ਜੇ ਅਸੀਂ ਦੂਸਰੇ ਪਾਸੇ ਵੇਖੀਏ ਕਿ 1 ਮਿਲੀਅਨ ਯਾਨੀ 10 ਲੱਖ ਲੋਕਾਂ ਪਿੱਛੇ ਕਿੰਨੀਆਂ ਮੌਤਾਂ ਹੋਈਆਂ ਨੇ, ਭਾਰਤ ਵਿੱਚ ਅਜੇ ਤੱਕ 1 ਮਿਲੀਅਨ ਪਿੱਛੇ 139 ਨੇ। ਕੈਨੇਡਾ 'ਚ ਜਿੱਥੇ ਤੁਸੀਂ ਬੈਠੇ ਹੋ ਉੱਥੇ 629 ਨੇ 1 ਮਿਲੀਅਨ ਪਿੱਛੇ। ਲੋਕੀ ਮੌਤਾਂ ਦੀ ਗਿਣਤੀ ਵੇਖਦੇ ਆ ਕਿ ਟੋਟਲ ਨੰਬਰ ਕਿੰਨਾ। ਵੇਖਣ ਵਾਲੀ ਗੱਲ ਇਹ ਹੈ ਕਿ 1 ਮਿਲੀਅਨ ਪਿੱਛੇ ਕਿੰਨਾ। ਜੇ ਇਹ ਹੋਵੇ ਕਿ ਛੋਟੇ ਦੇਸ਼ ਵਿੱਚ ਵੀ ਹੋਣੀਆਂ ਹੋਣ ਅਤੇ ਵੱਡੇ 'ਚ ਵੀ ਹੋਣੀਆਂ ਹੋਣ। ਅਮਰੀਕਾ ਦੇ ਵਿੱਚ ਮੌਤਾਂ ਹੋ ਗਈਆਂ ਨੇ 5,86,000, ਭਾਰਤ ਵਿੱਚ ਨੇ 1,93,000, ਪਰ ਭਾਰਤ ਜਿਹੜਾ ਅਮਰੀਕਾ ਵਰਗੇ 6 ਦੇਸ਼ਾਂ ਜਿੱਡਾ। ਤੁਸੀਂ ਇਹ ਵੇਖੋ, ਜੇ ਉਹਦੇ ਹਿਸਾਬ ਨਾਲ ਲਾਈਏ ਅਤੇ ਫਿਰ ਭਾਰਤ ਵਿੱਚ ਤਾਂ ਮੌਤਾਂ ਦੀ ਬਹੁਤ ਵੱਡੀ ਗਿਣਤੀ ਹੋਣੀ ਚਾਹੀਦੀ ਸੀ। ਅਜੇ ਕੁਝ ਹੱਦ ਤੱਕ ਬਚਿਆ ਸੀ। ਅਸੀਂ ਮਾਰ ਇਸ ਕਰਕੇ ਖਾਧੀ ਹੈ ਕਿ ਸਾਡੇ ਸਿਰ 'ਤੇ ਸਿਆਸਤ ਜ਼ਿਆਦਾ ਸਵਾਰ ਸੀ। ਜਦੋਂ ਨਵੰਬਰ ਦੇ ਵਿੱਚ ਮੌਤਾਂ ਦੀ ਗਿਣਤੀ ਵੀ ਘਟ ਗਈ, ਕੇਸਾਂ ਦੀ ਗਿਣਤੀ ਵੀ ਘਟ ਗਈ, ਉਸ ਵਕਤ ਚਾਹੀਦਾ ਇਹ ਸੀ ਕਿ ਸਾਰਾ ਜ਼ੋਰ ਇਸ ਗੱਲ 'ਤੇ ਲਾਇਆ ਜਾਂਦਾ ਕਿ ਹੁਣ ਦੁਬਾਰਾ ਕਿਤੇ ਕਹਿਰ ਨਾ ਵਾਪਰ ਜਾਂਦਾ ਹੋਵੇ। ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਇਤਿਹਾਸ ਦੇ ਜਿਹੜੇ ਨਾਇਕ ਆ ਉਹਨਾਂ ਨਾਲ ਆਪਣੇ ਨੂੰ ਮਿਲ ਕੇ ਵੇਖਦਾ। ਉਹਦੇ ਮਨ ਵਿੱਚ ਸੁਪਨਾ ਕਿ ਜਿੱਦਾਂ ਦਾ ਚੰਦਰਗੁਪਤ ਮੌਰੀਆ ਦਾ ਰਾਜ ਸੀ ਕਿ ਉਹ ਜਾ ਕੇ ਚੜ੍ਹਦੇ ਤੋਂ ਲੈ ਕੇ ਤੇ ਉਹ ਮੁਲਤਾਨ ਤੱਕ ਤੇ ਪਤਾ ਨਹੀਂ ਕਿੱਥੋਂ ਤੱਕ ਜਾਂਦਾ ਸੀ। ਮੈਂ ਸਾਰੇ ਹਿੰਦੁਸਤਾਨ 'ਚ ਬਸ ਮੇਰਾ ਝੰਡਾ ਝੁਲਣਾ ਚਾਹੀਦਾ। ਇਸ ਮੌਕੇ ਦੇ ਉੱਤੇ 5 ਰਾਜਾਂ 'ਚ ਚੋਣਾਂ ਕਰਾਉਣ ਦੀ ਲੋੜ ਕੀ ਸੀ, ਜਦੋਂ ਪਤਾ ਸੀ ਕਿ ਕਹਿਰ ਵਰਦਾ ਪਿਆ। ਉਹ ਕਹਿਰ ਵਰਦੇ 'ਚ ਸਾਰੇ ਕਹਿੰਦੇ ਸੀ ਉਹ ਮੌਤਾਂ ਹੋ ਰਹੀਆਂ ਨੇ, ਕੇਸ ਵੱਧ ਰਹੇ ਨੇ। ਪ੍ਰਧਾਨ ਮੰਤਰੀ ਸਾਹਿਬ ਨੇ ਇਹਦੀ ਪਰਵਾਹ ਨਹੀਂ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਫੋਨ ਕੀਤਾ, ਪ੍ਰਧਾਨ ਮੰਤਰੀ ਨਾਲ ਗੱਲ ਕਰਾਓ, ਆਕਸੀਜਨ ਮੁੱਕ ਗਈ ਹੈ, ਮੌਤਾਂ ਹੋਣਗੀਆਂ, ਮਰੀਜ਼ਾਂ ਨੂੰ ਅਸੀਂ ਕਿੱਦਾਂ ਬਚਾਈਏ। ਕਹਿੰਦੇ ਜੀ ਪ੍ਰਧਾਨ ਮੰਤਰੀ ਜੀ ਇਸ ਵੇਲੇ ਪੱਛਮੀ ਬੰਗਾਲ ਦੇ ਵਿੱਚ ਇੱਕ ਚੋਣ ਰੈਲੀ 'ਚ ਬੋਲਦੇ ਪਏ। ਇਹ ਚੋਣ ਰੈਲੀਆਂ ਜ਼ਰੂਰੀ ਨੇ ਕਿ ਲੋਕਾਂ ਨੂੰ ਮਰਨ ਤੋਂ ਬਚਾਉਣਾ ਜ਼ਰੂਰੀ ਹੈ। ਮੈਂ ਅੱਜ ਰਿਪੋਰਟ ਪੜ੍ਹਦਾ ਹਟਿਆ, ਪਿਛਲੇ 1 ਮਹੀਨੇ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਕੇਸਾਂ ਦੀ ਗਿਣਤੀ 5 ਗੁਣਾ ਵੱਧ ਗਈ ਹੈ। ਇਹਦਾ ਮਤਲਬ ਜੇ 100 ਸੀ ਤਾਂ 500 ਯਾਨੀ 500% ਵੱਧ ਗਈ ਹੈ। ਅਤੇ ਪਿਛਲੇ ਮਹੀਨੇ 'ਚ ਹੋਇਆ ਕੀ ਹੈ, ਜਦੋਂ ਜਿਹਦੀ ਰੋਡ ਸ਼ੋਅ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੇਲਿਆਂ ਨੇ, ਅਮਿਤ ਸ਼ਾਹ ਹੋਰਾਂ ਨੇ ਰੋਡ ਸ਼ੋਅ ਕੀਤੇ, ਮਮਤਾ ਬੈਨਰਜੀ ਨੇ ਵੀ ਕੀਤੇ। ਆਪੋ 'ਚ ਮੁਕਾਬਲਾ ਰੋਡ ਸ਼ੋਅ ਕਰਨ ਦਾ ਸੀ। ਇਸ ਗੱਲ ਦਾ ਤਾਂ ਕਿਸੇ ਨੇ ਖਿਆਲ ਨਾ ਕੀਤਾ ਕਿ ਲੋਕ ਰੋਂਦੇ ਕਰਲਾਉਂਦੇ ਆ ਕੀ ਕੁਛ ਬਣਦਾ ਪਿਆ। ਇਸ ਜਿੱਦ ਦੇ ਵਿੱਚ ਪੈ ਰਿਹਾ
ਕਿ ਅਸੀਂ ਦੌੜ ਕੇ ਬਸ ਕਿਸੇ ਤਰੀਕੇ ਪੱਛਮੀ ਬੰਗਾਲ 'ਤੇ ਕਬਜ਼ਾ ਕਰ ਲਈਏ। ਇਹ ਕਬਜ਼ੇ ਦੀ ਲੜਾਈ ਇਸ ਵੇਲੇ ਛੱਡ ਦੇਣੀ ਚਾਹੀਦੀ ਸੀ। ਪ੍ਰਧਾਨ ਮੰਤਰੀ ਸਾਹਿਬ ਇਸ ਲੜਾਈ 'ਚ ਪੈ ਰਹੇ, ਉਹਦੇ ਦੌਰਾਨ ਜੋ ਕੁਝ ਕਰਨਾ ਚਾਹੀਦਾ ਸੀ ਨਹੀਂ ਹੋਇਆ। ਜੀ ਪਿਛਲੇ ਸਾਲ ਵੀ ਨੁਕਸਾਨ ਕਿਉਂ ਹੋਇਆ ਸੀ? ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ, ਇਹਦੀ ਜੜ ਜਿਹੜੀ ਪੁੰਗਰ ਪਈ ਸੀ ਉੱਥੇ ਅਮਰੀਕਾ ਵਿੱਚ ਵੀ ਤੇ ਇੱਥੇ ਭਾਰਤ ਵਿੱਚ ਵੀ ਦਿਸ ਪਈ ਸੀ ਫਰਵਰੀ 'ਚ। ਉਦੋਂ ਇਹਨਾਂ ਨੇ ਟਰੰਪ ਦਾ ਸਾਰਾ ਟੱਬਰ ਉੱਥੇ ਅਹਿਮਦਾਬਾਦ 'ਚ ਬੁਲਾ ਲਿਆ, ਗੁਜਰਾਤ ਦੇ ਵਿੱਚ 1 ਲੱਖ ਲੋਕਾਂ ਦਾ ਇਕੱਠ ਕਰਤਾ। ਕਾਹਦੇ ਲਈ? ਟਰੰਪ ਨੂੰ ਖੁਸ਼ ਕਰਨਾ ਸੀ। ਉਹ ਮੌਕਾ ਟਰੰਪ ਵਾਸਤੇ ਸੀ ਕਿ ਆਪਣਾ ਅਮਰੀਕਾ ਸੰਭਾਲੇ ਤੇ ਇਹਨਾਂ ਵਾਸਤੇ ਸੀ ਕਿ ਆਪਣਾ ਇੰਡੀਆ ਸੰਭਾਲੋ। ਫਿਰ ਇਹਨਾਂ ਨੇ ਆ ਕੇ ਪਾਰਲੀਮੈਂਟ ਦਾ ਸੈਸ਼ਨ ਲਾ ਲਿਆ। ਸਾਰੇ ਕਹਿੰਦੇ ਸੀ ਬੰਦ ਕਰੋ, ਸੰਭਾਲੋ ਦੇਸ਼ ਨੂੰ। ਇਹਨਾਂ ਨੇ ਉਹਨਾਂ ਚਿਰ ਤੱਕ ਪਾਰਲੀਮੈਂਟ ਦਾ ਸੈਸ਼ਨ ਚੱਲਿਆ ਜਦ ਤੱਕ ਮੱਧ ਪ੍ਰਦੇਸ਼ ਦੀ ਸਰਕਾਰ ਨਹੀਂ ਪਲਟ ਗਈ। ਜਿਸ ਦਿਨ ਉੱਥੇ ਕਮਲਨਾਥ ਨੇ ਅਸਤੀਫਾ ਦੇ ਦਿੱਤਾ ਤੇ ਤੈਅ ਹੋ ਗਿਆ ਕਿ ਹੁਣ ਅੱਜ ਰਾਤ ਨੂੰ ਸ਼ਿਵਰਾਜ ਚੌਹਾਨ ਭਾਜਪਾ ਦਾ ਸਹੁੰ ਚੁੱਕ ਲਵੇਗਾ ਮੁੱਖ ਮੰਤਰੀ ਦੀ। ਉਸ ਦਿਨ ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਹੁਣ ਅਸੀਂ 3 ਹਫ਼ਤਿਆਂ ਦੇ ਵਿੱਚ ਇਹ ਜੰਗ ਜਿੱਤਣੀ ਆ। ਇਹ ਵੀ ਕਹਿ ਦਿੱਤਾ ਮਹਾਭਾਰਤ ਦੀ ਜਿਹੜੀ ਲੜਾਈ ਸੀ ਉਹ 18 ਦਿਨਾਂ 'ਚ ਜਿੱਤੀ ਗਈ ਸੀ। ਇਹ ਲੜਾਈ ਅਸੀਂ 3 ਹਫ਼ਤਿਆਂ 'ਚ ਜਿੱਤਣੀ ਆ। ਇਹਦਾ ਆਪੋ 'ਚ ਮੁਕਾਬਲਾ ਕੀ ਆ? ਮਹਾਭਾਰਤ ਦੀ ਲੜਾਈ ਵਿੱਚ ਦੋਵੇਂ ਫੌਜਾਂ ਆਮੋ ਸਾਹਮਣੇ ਖੜੀਆਂ ਸਨ, ਦੋਵੇਂ ਤਰ੍ਹਾਂ ਦਿਸਦੀਆਂ ਸਨ, ਇੱਕ ਦੂਸਰੇ ਨੂੰ ਵੇਖਦੀਆਂ ਸਨ। ਇੱਥੇ ਅਣਦਿਸਦਾ ਦੁਸ਼ਮਣ ਹੈ ਜਿਹਦੇ ਨਾਲ ਲੜਾਈ ਹੈ। ਇਹ ਵਾਇਰਸ ਕਿਸੇ ਨੂੰ ਦਿਸਦਾ ਨਹੀਂ, ਇਹ ਤਾਂ ਦੂਰਬੀਨਾਂ ਨਾਲ ਨਹੀਂ ਦਿਸਦਾ ਪਿਆ। ਕਿੱਥੋਂ ਵੇਖ ਲਓਗੇ ਤੁਸੀਂ? ਮਾਈਕਰੋਸਕੋਪ ਨਾਲ ਨਹੀਂ ਦਿਸਦਾ ਪਿਆ। ਦੂਸਰੀ ਗੱਲ ਇਹ ਕਿ ਮਹਾਭਾਰਤ ਦੀ ਲੜਾਈ ਕਿਹਨਾਂ ਦੀ ਸੀ? ਸਕੇ ਚਾਚੇ ਤੇ ਸਕੇ ਤਾਏ ਦੇ ਪੁੱਤਾਂ ਦੀ ਆਪੋ ਵਿੱਚ ਸੀ। ਕੌਰਵ ਤੇ ਪਾਂਡਵ, ਧ੍ਰਿਤਰਾਸ਼ਟਰ ਤੇ ਪਾਂਡਵ ਦੋਵੇਂ ਸਕੇ ਭਰਾ ਸਨ। ਕੌਰਵ ਧ੍ਰਿਤਰਾਸ਼ਟਰ ਦੇ ਬੱਚੇ ਸਨ, ਪਾਂਡਵ ਉਹਨਾਂ ਦੇ ਤਾਏ ਦੇ ਪੁੱਤਰ ਸਨ। ਤਾਏ ਤੇ ਚਾਚੇ ਦੇ ਪੁੱਤਾਂ ਦੀ ਲੜਾਈ ਸੀ। ਉਹਦੇ ਨਾਲ ਮੁਕਾਬਲਾ ਜਿਹੜਾ ਕਰੋਨਾ ਵਾਇਰਸ ਸੀ, ਇਹ ਸਾਡੇ ਚੁੱਕੀ ਦੀ ਮਾਸੀ ਦਾ ਪੁੱਤ ਸੀ, ਸਾਡਾ ਤਾਂ ਕੋਈ ਰਿਸ਼ਤੇਦਾਰ ਨਹੀਂ ਸੀ ਲੱਗਦਾ। ਇਹਦੇ ਨਾਲ ਮੁਕਾਬਲੇ ਨੂੰ ਮਹਾਭਾਰਤ ਨਾਲ ਤੋਲ ਦਿੱਤਾ ਗਿਆ। ਫਿਰ ਆਖਿਆ ਕਿ ਉਹ ਲੜਾਈ 18 ਦਿਨਾਂ 'ਚ ਜਿੱਤੀ ਸੀ। ਅਸੀਂ 3 ਹਫ਼ਤਿਆਂ ਦੇ ਵਿੱਚ ਕਰੋਨਾ ਦੀ ਜੰਗ ਜਿੱਤਾਂਗੇ। 19 ਤੇ 57 ਹੁੰਦੇ, ਇਸ ਹਫ਼ਤੇ 57 ਹਫ਼ਤੇ ਬੀਤ ਗਏ ਨੇ। ਜਿਹੜੇ 3 ਹਫ਼ਤਿਆਂ 'ਚ ਜੰਗ ਜਿੱਤਦੇ ਸੀ ਉਹ 19 ਗੁਣਾ ਹਫ਼ਤੇ ਲਾ ਕੇ 57 ਹਫ਼ਤੇ ਲਾ ਕੇ ਅੱਜ ਇੱਥੇ ਪਹੁੰਚੇ ਆ ਕਿ ਕੱਲ੍ਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਨੇ ਬਿਆਨ ਦਿੱਤਾ ਕਿ ਜੇ ਸੰਭਾਲਿਆ ਨਾ ਗਿਆ ਤੇ ਭਾਰਤ ਦੇ ਵਿੱਚ ਸਿਚੁਏਸ਼ਨ ਆਊਟ ਆਫ ਕੰਟਰੋਲ ਹੁੰਦੀ ਪਈ ਆ, ਕਾਬੂ ਤੋਂ ਬਾਹਰ ਜਾ ਰਹੀ ਹੈ, ਪਰ ਸੰਭਾਲੀ ਨਹੀਂ ਜਾਣੀ। ਜੀ ਇਹ ਨੌਬਤ ਆਈ ਕਿਉਂ? ਇਸ ਕਰਕੇ ਆ ਗਈ ਵੀ ਅਸੀਂ ਲਾਪਰਵਾਹੀ ਵਿਖਾਈ। ਫਿਰ ਉਸ ਜਿਹੜਾ ਭਾਰਤ ਦਾ ਪਹਿਲਾਂ ਪਲੈਨਿੰਗ ਕਮਿਸ਼ਨ ਹੁੰਦਾ ਸੀ, ਉਹਦਾ ਹਿੰਦੀਕਰਨ ਕਰਕੇ ਨੀਤੀ ਆਯੋਗ ਬਣਾ ਦਿੱਤਾ। ਉਹਦੇ ਵਿੱਚ ਜਿਹੜੇ ਚੁਣ ਕੇ ਬੰਦੇ ਪਾਏ ਗਏ ਨੇ, ਉਹਨਾਂ 'ਚੋਂ ਇੱਕ ਬੰਦਾ ਡਾਕਟਰ VK ਪਾਲ ਹੈ। ਉਹਨੂੰ ਕਰੋਨਾ ਟਾਸਕ ਫੋਰਸ ਦਾ ਮੁਖੀ ਬਣਾ ਦਿੱਤਾ ਗਿਆ। ਉਹਨੇ ਪਿਛਲੇ ਸਾਲ 22 ਅਪ੍ਰੈਲ ਨੂੰ, ਮੇਰੀ ਆਦਤ ਹੈ ਪੁਰਾਣਾ ਕੂੜਾ ਕਚਰਾ ਫੋਲਣ ਦੀ, ਇਸ ਵਾਰੀ 22 ਅਪ੍ਰੈਲ ਨੂੰ ਜਦੋਂ ਮੈਂ ਪਿਛਲੇ ਸਾਲ ਦੀ 22 ਅਪ੍ਰੈਲ ਫੋਲੀ ਤੇ ਮੈਂ ਉਹਦਾ ਬਿਆਨ ਪੜ੍ਹਿਆ ਕਿ ਉਹਨੇ 22 ਅਪ੍ਰੈਲ 2020 ਨੂੰ ਕਿਹਾ ਸੀ 16 ਮਈ ਤੋਂ ਬਾਅਦ ਭਾਰਤ ਵਿੱਚ ਕਰੋਨਾ ਵਾਇਰਸ ਦਾ ਇੱਕ ਵੀ ਕੇਸ ਨਹੀਂ ਲੱਭੇਗਾ। ਪਰ 16 ਮਈ ਤੋਂ ਪਹਿਲਾਂ 2800, 3200, 3400, 3600, 3800 ਕੇਸ ਹੁੰਦੇ ਸਨ। 16 ਮਈ ਨੂੰ ਪਹਿਲੀ ਵਾਰੀ 4300 ਹੋਏ, ਫਿਰ 4500, 6000, 12000, 18000 ਤੇ ਚੜ੍ਹਦੇ 99000 ਤੱਕ ਪਹੁੰਚ ਕੇ ਨਵੰਬਰ 'ਚ ਫਿਰ ਰੁਕੇ ਸਨ। ਉਹ ਜਿਹੜਾ ਕਹਿੰਦਾ ਸੀ 16 ਮਈ ਤੋਂ ਬਾਅਦ ਕੋਈ ਕੇਸ ਨਹੀਂ ਹੋਵੇਗਾ, ਇਹ ਬਿਆਨ ਉਹਨੇ ਪਿਛਲੇ ਸਾਲ 22 ਅਪ੍ਰੈਲ ਨੂੰ ਦਿੱਤਾ ਸੀ। ਇਸ ਵਾਰੀ ਪੱਤਰਕਾਰ ਉਹਨੂੰ ਲੱਭਦੇ ਸਨ ਕਿ 22 ਅਪ੍ਰੈਲ ਨੂੰ ਮਿਲ ਜਾਵੇ ਤੇ ਉਹਨੂੰ ਪੁੱਛੀਏ ਜੀ ਹੁਣ ਤਾਂ ਸਾਲ ਹੋ ਗਿਆ ਤੇ ਉਹ ਕੇਸ ਅਜੇ ਤੱਕ ਆਈ ਕਿਉਂ ਜਾਂਦੇ? ਹੁਣ ਉਹ ਬੋਲਦਾ ਨਹੀਂ। ਜਿਹੜੇ ਫੋਕੇ ਦਾਅਵੇ ਕਰਦੇ ਗਏ, ਜਿਹੜੀਆਂ ਗੱਪਾਂ ਮਾਰਦੇ ਗਏ, ਉਹਦੀ ਥਾਂ ਦੇ ਉੱਤੇ ਕੰਮਾਂ 'ਤੇ ਧਿਆਨ ਦਿੱਤਾ ਜਾ ਸਕਦਾ ਸੀ। ਜੀ ਮੇਰੇ ਸਾਹਮਣੇ ਇੱਕ ਬਿਆਨ ਪਿਆ ਕਾਂਗਰਸ ਦੇ ਲੀਡਰ ਦਾ, ਅਜੇ ਮਾਕਨ ਦਾ। ਉਹ ਕਹਿੰਦਾ ਪਾਰਲੀਮੈਂਟ ਦੀ ਜਿਹੜੀ ਕਮੇਟੀ ਹੈ ਉਹਨੇ ਨਵੰਬਰ 'ਚ ਰਿਪੋਰਟ ਤਿਆਰ ਕੀਤੀ, ਫਰਵਰੀ ਵਿੱਚ ਸਰਕਾਰ ਨੂੰ ਕਹਿ ਦਿੱਤਾ ਸਾਡੇ ਕੋਲ ਆਕਸੀਜਨ ਹੈ ਨਹੀਂ। ਜੇ ਕੱਲ੍ਹ ਨੂੰ ਕਰੋਨਾ ਵਾਇਰਸ ਵੱਧ ਗਿਆ, ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਬਚਾਉਣ ਵਾਸਤੇ ਸਾਡੇ ਕੋਲ ਕੱਖ ਨਹੀਂ, ਤੁਸੀਂ ਕੀ ਪ੍ਰਬੰਧ ਕਰਦੇ ਪਏ ਹੋ? ਸਰਕਾਰ ਨੇ ਫਰਵਰੀ ਧਿਆਨ ਨਹੀਂ ਦਿੱਤਾ, ਮਾਰਚ ਵਿੱਚ ਨਹੀਂ ਦਿੱਤਾ, ਮਾਰਚ ਦੇ ਅਖੀਰ 'ਚ ਵਧਣ ਲੱਗ ਪਏ। ਜਦੋਂ ਫਰਵਰੀ ਦੇ ਅੱਧ ਤੋਂ ਬਾਅਦ ਛਾਲਾ ਮਾਰ ਕੇ ਵਧੇ, ਆਕਸੀਜਨ ਲੱਭੀ ਨਹੀਂ, ਫਿਰ ਭਾਜੜ ਪੈ ਗਈ, ਗੈਸ ਦੇ ਸਿਲੰਡਰ ਲੁੱਟੇ ਜਾਣ ਲੱਗ ਪਏ। ਇਹ ਕੰਮ ਪਹਿਲਾਂ ਕਿਉਂ ਨਾ ਕੀਤਾ?
ਜੀ ਜੀ। ਪਿਛਲੇ ਸਾਲ ਮਾਰਚ ਵਿੱਚ ਫੈਸਲਾ ਹੋਇਆ ਸੀ 162 ਆਕਸੀਜਨ ਪਲਾਂਟ ਲਾਏ ਜਾਣਗੇ। ਲਾਏ ਕਿੰਨੇ ਆ? ਕੁੱਲ 32। 47 ਦੀ ਪ੍ਰਪੋਜ਼ਲ ਤੇ ਕੰਮ ਹੁੰਦਾ ਪਿਆ। ਬਾਕੀਆਂ ਦੇ ਬਾਰੇ 1 ਸਾਲ ਤੱਕ ਕੰਮ ਹੀ ਨਹੀਂ ਕੀਤਾ। ਹੁਣ ਭਾਜੜ ਪਈ ਆ, ਜਰਮਨੀ ਤੋਂ ਮੰਗਾਓ, ਇੱਥੋਂ ਮੰਗਾਓ, ਉੱਥੋਂ ਮੰਗਾਓ। ਸਾਡੀ ਪੰਜਾਬ ਸਰਕਾਰ ਨੇ ਹੁਣ ਆਖਿਆ ਕਿ ਫਟਾਫਟ 2 ਸਾਨੂੰ ਆਕਸੀਜਨ ਪਲਾਂਟ ਦਿੱਤੇ ਜਾਣ, ਇੱਥੇ ਹੋਰ ਲਾਉਣਾ ਚਾਹੁੰਦੇ ਆ। ਅੱਗ ਲੱਗੀ ਤਾਂ ਖੂਹ ਪੁੱਟਣ ਲੱਗੇ। ਇਹ ਕੰਮ ਪਹਿਲਾਂ ਕਿਉਂ ਨਾ ਕੀਤਾ ਗਿਆ? ਫਾਇਰ ਬ੍ਰਿਗੇਡ ਉਦੋਂ ਨਹੀਂ ਸੱਦੀਦਾ ਜਦੋਂ ਅੱਗ ਲੱਗੀ ਹੁੰਦੀ, ਉਦੋਂ ਨਹੀਂ ਬਣਾਇਆ ਜਾਂਦਾ। ਸ਼ਹਿਰਾਂ 'ਚ ਪਹਿਲਾਂ ਬਣਾ ਕੇ ਰੱਖਿਆ ਜਾਂਦਾ। ਇਹ ਨਹੀਂ ਆਖੀਦਾ ਇੱਥੇ ਕਿਹੜੀ ਅੱਗ ਲੱਗਣ ਲੱਗੀ ਹੈ। ਜਿੱਦਣ ਲੱਗ ਗਈ ਉਦੋਂ ਕਰਨਾ ਕੀ ਆ? ਇਸ ਕਰਕੇ ਸਾਰੇ ਪ੍ਰਬੰਧ ਅਗੇਤੇ ਕਰਨੇ ਪੈਂਦੇ ਆ। ਕੈਨੇਡਾ, ਅਮਰੀਕਾ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਕੋਈ ਬਿਲਡਿੰਗ ਬਣਦੀ ਹੈ, ਬਾਕੀ ਪ੍ਰਬੰਧਾਂ ਤੋਂ ਪਹਿਲਾਂ ਫਾਇਰ ਫਾਈਟਿੰਗ ਦਾ ਪ੍ਰਬੰਧ ਕੀਤਾ ਜਾਂਦਾ ਕਿ ਜੇ ਅੱਗ ਲੱਗ ਜਾਵੇ ਤਾਂ ਕੀ ਕਰਨਾ। ਇੱਥੇ ਕਿਸੇ ਨੂੰ ਆਖੋ ਕਿ ਬਿਲਡਿੰਗ ਬਣਾ ਲਈ ਆ, ਅੱਗ ਲੱਗਣ ਦਾ ਪ੍ਰਬੰਧ ਕੀਤਾ, ਉਹ ਕਹਿੰਦੇ ਬਲਛਣੀਆਂ ਗੱਲਾਂ ਕਰਦਾ, ਅਜੇ ਤਾਂ ਅਸੀਂ ਉਦਘਾਟਨ ਨਹੀਂ ਕਰਦੇ ਪਏ ਹਾਂ। ਇਹਨੂੰ ਉਹ ਬਲਛਣੀਆਂ ਗੱਲਾਂ ਸਮਝਦੇ ਆ। ਇਹ ਜੇ ਬਲਛਣੀਆਂ ਗੱਲਾਂ ਨਾ ਸਮਝੀਆਂ ਹੁੰਦੀਆਂ, ਇਹ ਸਾਰੇ ਪ੍ਰਬੰਧ ਪਹਿਲਾਂ ਕੀਤੇ ਹੁੰਦੇ, ਅਗੇਤੇ ਪ੍ਰਬੰਧ ਹੁੰਦੇ, ਤੇ ਆਰਾਮ ਨਾਲ ਇਸ ਸਥਿਤੀ ਦਾ ਮੁਕਾਬਲਾ ਕਰ ਸਕਦੇ ਸਨ, ਸੌਖਾ ਮੁਕਾਬਲਾ ਕਰ ਸਕਦੇ ਸਨ। ਅੱਜ ਇਸ ਕਰਕੇ ਮੌਤਾਂ ਹੋ ਰਹੀਆਂ ਨੇ। ਅੰਮ੍ਰਿਤਸਰ 'ਚ ਵੀ ਕੱਲ੍ਹ 5 ਮੌਤਾਂ ਇਸ ਕਰਕੇ ਹੋ ਗਈਆਂ ਕਿ ਗੈਸ ਨਹੀਂ ਮਿਲੀ। ਦਿੱਲੀ ਦੇ ਵਿੱਚ ਇੱਕ ਹਸਪਤਾਲ 'ਚ 25 ਮੌਤਾਂ ਹੋ ਗਈਆਂ ਕਿਉਂਕਿ ਗੈਸ ਨਹੀਂ ਮਿਲੀ। ਸਾਰੇ ਦੇਸ਼ 'ਚੋਂ ਅੱਡ-ਅੱਡ ਥਾਵਾਂ ਤੋਂ ਉਹ ਮੌਤਾਂ ਇਸ ਕਰਕੇ ਆ ਰਹੀਆਂ ਨੇ ਕਿਉਂਕਿ ਵੇਲੇ ਸਿਰ ਪ੍ਰਬੰਧ ਨਹੀਂ ਕੀਤੇ। ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ। ਹੁਣ ਮੈਂ ਹੁਣ ਇੱਥੇ ਥੋੜਾ ਜਿਹਾ ਕਿਸਾਨ ਅੰਦੋਲਨ ਵਾਲੇ ਪਾਸੇ ਜਾਣਾ ਚਾਹੁੰਦਾ। ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਇਹ ਤਾਂ ਕਹਿਤਾ ਕਿ ਅਸੀਂ ਕੋਈ ਟੈਸਟ ਨਹੀਂ ਕਰਾਉਣਾ, ਹਾਂ ਜੇ ਤੁਸੀਂ ਟੀਕੇ ਸਾਡੇ ਲਾਉਣੇ ਆ ਤੇ ਲਾ ਦਿਓ ਜੀ। ਨਾਲ ਉਹਨਾਂ ਇਹ ਵੀ ਕਿਹਾ ਵੀ ਜਿਹੜੇ ਮਜ਼ਦੂਰ ਇਸ ਵਕਤ ਦੂਰ ਦਰਾਸ ਦੇ ਇਲਾਕਿਆਂ 'ਚ ਤੁਰੇ ਜਾਂਦੇ ਆ, ਉਹਨਾਂ ਨੇ ਕੋਲ ਪਹੁੰਚਿਆ ਤਾਂ ਜਾਣਾ ਨਹੀਂ, ਐਵੇਂ ਤੁਸੀਂ ਰਾਹਾਂ 'ਚ ਖੱਜਲ ਨਾ ਹੋਇਓ, ਤੁਸੀਂ ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਰੋਟੀ ਪਾਣੀ ਵੀ ਦਿਆਂਗੇ, ਸਾਰੇ ਪ੍ਰਬੰਧ ਦੇਖਾਂਗੇ। ਨਾਲ ਜਿਹੜਾ ਉਹਨਾਂ ਨੇ ਕਰੋਨੇ ਦੇ ਨਾਲ ਜੋੜ ਕੇ ਪਿਛਲੇ ਸਮੇਂ ਦੇ ਵਿੱਚ ਕਾਲ ਸੀਗੀ ਕਿ ਪਾਰਲੀਮੈਂਟ ਨੂੰ ਘੇਰਨਾ, ਉਹ ਇਸ ਵਾਰ ਹੁਣ ਉਹਨਾਂ ਲੀਡਰਾਂ ਨੇ ਇਹ ਚੀਜ਼ ਕਹਿ ਦਿੱਤੀ ਹੈ ਕਿ ਵੀ ਆਪਾਂ ਉਸ ਚੀਜ਼ ਨੂੰ ਪੋਸਟਪੋਨ ਕਰ ਰਹੇ ਹਾਂ, ਪਹਿਲਾਂ ਕਰੋਨੇ ਵਾਲਾ ਕੰਮ ਨਿਬੜ ਜਾਵੇ, ਉਸ ਤੋਂ ਬਾਅਦ ਆਪਾਂ ਇਹ ਕੰਮ ਕਰ ਲਵਾਂਗੇ। ਕਿਸਾਨ ਅੰਦੋਲਨ ਦੀ ਹੁਣ ਤੱਕ ਦੀ ਸਥਿਤੀ ਤੇ ਜਿਹੜੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਤੇ ਮੰਗਾਂ ਜਿਹੜੀਆਂ ਸੀ ਜਿਨ੍ਹਾਂ ਲਈ ਇੰਨਾ ਚਿਰ ਹੋ ਗਿਆ ਬੈਠਿਆਂ ਨੂੰ, ਉਹਨਾਂ ਦਾ ਕੀ ਭਵਿੱਖ ਜਾਪਦਾ? ਦੇਖੋ, ਮੇਰੀ ਅੱਜ ਵੀ ਸਵੇਰੇ ਕਿਸੇ ਕੇਂਦਰੀ ਲੀਡਰ ਨਾਲ ਗੱਲ ਹੁੰਦੀ ਸੀ। ਕਿਹੜੀ ਪਾਰਟੀ ਦਾ ਸੀ ਉਹ, ਜੇ ਮੈਂ ਨਹੀਂ ਦੱਸਣਾ ਚਾਹੁੰਦਾ। ਉਹਨੇ ਆਖਿਆ ਜੀ ਗੱਲਬਾਤ ਅਜੇ ਵੀ ਚੱਲਦੀ ਪਈ ਹੈ, ਪਰਦੇ ਪਿੱਛੇ ਕੁਝ ਸਾਂਝੇ ਬੰਦੇ ਕੋਸ਼ਿਸ਼ਾਂ ਕਰਦੇ ਆ ਕਿ ਰਾਹ ਕੱਢਿਆ ਜਾਵੇ, ਪਰ ਕੁਝ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਹਮੇਸ਼ਾ ਮੈਂ ਨਾ ਮਾਨੂੰ 'ਤੇ ਹੁੰਦੇ ਆ। ਜੇ ਕੋਈ ਰਾਹ ਪਹਿਲਾਂ ਨਿਕਲਉਂਦਾ ਚੰਗਾ ਸੀ। ਇਸ ਮੌਕੇ ਜੇ ਕਿਸਾਨ ਇੰਨਾ ਨੁਕਸਾਨ ਕਰਾਉਣ ਤੋਂ ਬਾਅਦ ਕੋਈ ਕੱਚਾ ਸਮਝੌਤਾ ਕਰਕੇ ਆ ਜਾਣ, ਉਹਨਾਂ ਦੀ ਪੋਜੀਸ਼ਨ ਵੀ ਖਰਾਬ ਹੁੰਦੀ ਹੈ। ਸਰਕਾਰ ਵੀ ਝੁਕਣ ਨੂੰ ਤਿਆਰ ਨਹੀਂ। ਇਹਦੇ ਨਾਲ ਉਹ ਇਹ ਫੈਸਲਾ ਕਰਕੇ ਬੈਠ ਗਏ ਆ ਕਿ ਅਸੀਂ ਜਿੱਥੇ ਬੈਠੇ ਸੋ ਬੈਠੇ ਹਾਂ, ਕਰੋਨਾ ਆਵੇਗਾ ਜਾਂ ਕੋਈ ਹੋਰ ਕਹਿਰ ਵਾਪਰੇਗਾ, ਇੱਥੇ ਚੱਲਾਂਗੇ। ਜੇ ਸਰਕਾਰ ਨੂੰ ਸਾਡੀ ਇੰਨੀ ਚਿੰਤਾ ਤਾਂ ਉਹ ਇੱਕ ਕੰਮ ਕਰੇ ਕਿ ਫਿਰ ਸਾਡੇ ਕੋਲ ਇੱਥੇ ਕਰੋਨਾ ਵਾਇਰਸ ਦੇ ਟੀਕੇ ਜਿਹੜੇ ਆ, ਉਹਦੀ ਵੈਕਸੀਨ ਆ, ਉਹ ਵੈਕਸੀਨ ਇੱਥੇ ਲਾਉਣੀ ਸ਼ੁਰੂ ਕਰਦੇ, ਅਸੀਂ ਪ੍ਰਬੰਧ ਕਰ ਦਿਆਂਗੇ, ਸਾਡੇ ਬੰਦੇ ਲਾਉਣਗੇ। ਸਰਕਾਰ ਦੀ ਨੀਤ ਤੇ ਨੀਤੀ ਅਜੇ ਤੱਕ ਉਲਝਣ ਵਾਲੀ ਰਹੀ ਆ। ਕੱਲ੍ਹ ਦਾ ਉਹਨਾਂ ਨੇ ਹੁੰਗਾਰਾ ਭਰਿਆ ਕਿ ਅਸੀਂ ਉੱਥੇ ਇਹਨਾਂ ਨੂੰ ਵੈਕਸੀਨ ਲਾਉਣ ਦਾ ਪ੍ਰਬੰਧ ਕਰ ਸਕਦੇ ਹਾਂ, ਅਜੇ ਕੀਤਾ ਨਹੀਂ, ਕਰ ਸਕਦੇ ਹਾਂ ਜੀ। ਪਰਸੋਂ ਤੱਕ ਇਹ ਕਹਿੰਦੇ ਰਹੇ ਕਿ ਵੇਖੋ ਜੀ ਆਕਸੀਜਨ ਦੀ ਇਸ ਵੇਲੇ ਸਭ ਪਾਸੇ ਲੋੜ ਆ, ਐਮਰਜੈਂਸੀ ਵਾਲੀਆਂ ਗੱਡੀਆਂ ਵੀ ਕਿਸਾਨ ਨਹੀਂ ਲੰਘਣ ਦਿੰਦੇ। ਫਿਰ ਕਿਸਾਨਾਂ ਨੇ ਵੀਡੀਓ 'ਤੇ ਵਿਖਾਇਆ ਕਿ ਆ ਵੇਖੋ ਇੱਕ ਸਾਈਡ ਤੋਂ ਅਸੀਂ ਰਸਤਾ ਛੱਡਿਆ ਕਿ ਜਿਹੜੀਆਂ ਐਮਰਜੈਂਸੀ ਵਾਲੀਆਂ ਗੱਡੀਆਂ ਨੇ, ਐਂਬੂਲੈਂਸ ਹੋਵੇ, ਆਕਸੀਜਨ ਵਾਲੀ ਗੱਡੀ ਹੋਵੇ, ਡੈੱਡ ਬਾਡੀ ਵੈਨ ਹੋਵੇ, ਉਹਨੂੰ ਅਸੀਂ ਬਿਲਕੁਲ ਨਹੀਂ ਰੋਕਾਂਗੇ, ਲੰਘਾਓ। ਪਰ ਅਗਲੇ ਪਾਸੇ ਨਾਕਾ 'ਤੇ ਲਾਇਆ ਪੁਲਿਸ ਨੇ, ਲੰਘਣ ਤਾਂ ਉਹ ਨਹੀਂ ਦਿੰਦੀ ਅਤੇ ਬਦਨਾਮੀ ਸਾਡੀਆਂ ਕਰਦੇ ਜੀ। ਦੂਜਾ ਉਹਨਾਂ ਨੇ ਵੀਡੀਓ ਵਿਖਾਈ ਕਿ ਪਿੱਛੋਂ ਆਕਸੀਜਨ ਦਾ ਟੈਂਕਰ ਆਇਆ, ਜਦੋਂ ਪੁਲਿਸ ਦਾ ਜਿੱਥੇ ਨਾਕਾ ਸੀ ਉੱਥੋਂ ਉਹਨੂੰ ਕਹਿਤਾ ਨਹੀਂ ਅਗਲੇ ਪਾਸੇ ਕਿਸਾਨਾਂ ਦਾ ਧਰਨਾ, ਉੱਤੋਂ ਦੀ ਘੁਮਾ ਕੇ ਲਿਆ ਕੇ 3-4 ਕਿਲੋਮੀਟਰ ਅਤੇ ਫਿਰ ਉਸੇ ਥਾਂ ਤੋਂ ਸੜਕ 'ਤੇ ਪਾਇਆ। ਕਿਸਾਨਾਂ ਦੇ ਕੈਂਪ ਵਿੱਚ ਦੀ ਉਹ ਆਇਆ, ਕਿਸਾਨਾਂ ਨੇ ਕੋਈ ਨਹੀਂ ਰੋਕਿਆ, ਔਰ ਨਾਲ ਨਾਲ ਕਹਿੰਦੇ ਸੀ ਵੇਖੋ ਅਸੀਂ ਨਹੀਂ ਰੋਕ ਰਹੇ, ਪੁਲਿਸ ਕਹਿ ਰਹੀ ਹੈ ਕਿ ਕਿਸਾਨਾਂ ਨੇ ਰੋਕਿਆ। ਉਹਦੇ ਨਾਲ ਨਾਲ ਉਹ ਵੀ ਕਹਿੰਦੇ ਸੀ 26 ਜਨਵਰੀ ਨੂੰ ਵੀ ਇਹੋ ਕੀਤਾ ਗਿਆ ਕਿ ਅਸੀਂ ਸਿੱਧੇ ਰਾਹ 'ਤੇ ਜਾਂਦੇ ਸਾਂ ਅਤੇ ਸਾਨੂੰ ਜਾਣ-ਬੁੱਝ ਕੇ ਇੱਕ IG ਨੇ ਆਖਿਆ ਉੱਧਰ ਨੂੰ ਜਾਣਾ। ਇਸ ਗੱਲ 'ਤੇ ਤੂੰ ਮੈਂ ਵੀ ਹੋਈ ਸੀ। ਹੁਣ ਇੱਕ ਸਰਕਾਰ ਕੀ ਕਰਦੀ, ਉਹ ਕੀ ਕਰਦੀ ਹੈ? ਜਦੋਂ ਟਕਰਾਅ ਹੋਵੇ ਤਾਂ ਇੱਕ ਦੂਸਰੇ ਬਾਰੇ ਭਰਮ ਭੁਲੇਖੇ ਵੀ ਬਹੁਤ ਹੁੰਦੇ ਆ। ਇਹਨਾਂ ਨੇ ਆਖਿਆ ਸੀ ਮਈ 'ਚ ਅਸੀਂ ਪਾਰਲੀਮੈਂਟ ਵੱਲ ਮਾਰਚ ਕਰਾਂਗੇ। ਹੁਣ ਉਹ ਫੈਸਲਾ ਬਦਲਣਾ ਪਿਆ। ਫੈਸਲਾ ਬਦਲਣ ਤੋਂ ਬਾਅਦ ਇੱਕ ਸੀਨੀਅਰ ਕਿਸਾਨ ਆਗੂ ਦਾ ਬਿਆਨ ਆਇਆ ਕਿ ਸਾਡੇ ਵਿੱਚ ਦੁਚਿੱਤੀ ਸੀ ਕਿ ਅਸੀਂ ਪਾਰਲੀਮੈਂਟ ਵੱਲ ਜਾਈਏ ਕਿ ਨਾ ਜਾਈਏ। ਕੁਝ ਕਿਸਾਨ ਨੇਤਾ ਅਜੇ ਵੀ ਕਹਿੰਦੇ ਆ ਲੈ ਡਰ ਗਏ, ਜਾਣਾ ਚਾਹੀਦਾ। ਉਹ ਕਹਿੰਦੇ ਅਸੀਂ ਇਸ ਗੱਲ ਨੂੰ ਸਮਝਦੇ ਹਾਂ
ਕਿ ਜਾਣਾ ਚਾਹੀਦਾ, ਹਾਲਾਤ ਵੇਖਣੇ ਚਾਹੀਦੇ। ਇਸ ਵੇਲੇ ਮੌਤ ਨੱਚਦੀ ਪਈ ਆ। ਜੇ ਅਸੀਂ ਪਾਰਲੀਮੈਂਟ ਵੱਲ ਤੁਰ ਪਈਏ ਤੇ ਸਰਕਾਰ ਨੂੰ ਸਾਡੇ ਉੱਤੇ, ਸਾਡੇ ਕੈਂਪ ਦੇ ਉੱਤੇ, ਬੇਗੁਨਾਹ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ। ਬਾਕੀ ਦੇਸ਼ ਦੇ ਵਿੱਚ, ਦੁਨੀਆ ਦੇ ਵਿੱਚ ਸਾਡੀ ਬਦਨਾਮੀ ਕਰਨ ਦਾ ਮੌਕਾ ਮਿਲੇਗਾ ਕਿ ਜਦੋਂ ਦੇਸ਼ ਇਸ ਸੰਕਟ 'ਚ ਫਸਿਆ ਪਿਆ, ਇਹ ਵੇਖੋ ਪਾਰਲੀਮੈਂਟ ਵੱਲ ਮਾਰਚ ਕਰਨ ਤੁਰ ਪਏ। ਇਸ ਕਰਕੇ ਅਸੀਂ ਇਹ ਠੀਕ ਸਮਝਿਆ ਕਿ ਆਹ ਮੌਕਾ ਠੀਕ ਨਹੀਂ, ਹਾਲ ਦੀ ਘੜੀ ਰਹਿਣ ਦਿਓ। ਅਸੀਂ ਮਾਰਚ ਕਰਾਂਗੇ ਪਾਰਲੀਮੈਂਟ ਵੱਲ, ਪਰ ਬਾਅਦ 'ਚ ਕਿਤੇ ਕਰ ਲਾਂਗੇ, ਇਸ ਮੌਕੇ ਨਹੀਂ ਅਸੀਂ ਕਰਨਾ। ਜੀ ਮੈਨੂੰ ਲੱਗਦਾ ਕਿ ਉਹਨਾਂ ਨੇ ਜੇ ਫੈਸਲਾ ਲਿਆ ਤੇ ਸਿਆਣਾ ਫੈਸਲਾ ਇਹੋ ਜਿਹੇ ਮੌਕੇ ਤੇ, ਔਰ ਇਹ ਵੀ ਠੀਕ ਹੈ ਕਿ ਜਦੋਂ ਇਸ ਤਰ੍ਹਾਂ ਸਾਰੀ ਦਿੱਲੀ 'ਚ ਤਰਾਹ ਹੁੰਦੀ ਪਈ ਆ। ਅਰਵਿੰਦ ਕੇਜਰੀਵਾਲ ਤੇ ਹੁਣ ਤੱਕ ਕਿਸਾਨਾਂ ਦੇ ਧਰਨੇ ਨੂੰ ਸਪੋਰਟ ਕਰਦਾ ਰਿਹਾ। ਉਹਨੇ ਵੀ ਪਿਛਲੇ ਹਫ਼ਤੇ ਜਦੋਂ ਸਾਰੀ ਦਿੱਲੀ 'ਚ ਲਾਕਡਾਊਨ ਲਾਤਾ, ਔਰ ਅੱਜ ਪਤਾ ਲੱਗਾ ਕਿ ਇੱਕ ਹਫ਼ਤਾ ਹੋਰ ਵਧਾ ਦਿੱਤਾ, ਉਹਦੇ ਲਾਕਡਾਊਨ ਲੱਗੇ ਤੋਂ ਬਾਅਦ ਸਾਰੇ ਦਿੱਲੀ ਦੇ ਲੋਕ ਅੰਦਰ ਘਰਾਂ 'ਚ ਤੜੇ ਹੋਣ ਤੇ ਉੱਥੇ ਮਾਰਚ ਕਰਨ ਚਲੇ ਜਾਣ ਤੇ ਲੋਕ ਕੀ ਆਖਣਗੇ। ਇਹਨਾਂ ਕਿਸਾਨਾਂ ਨੇ ਜਿਹੜਾ ਫੈਸਲਾ ਕੀਤਾ, ਮੈਂ ਸਮਝਦਾ ਠੀਕ ਕੀਤਾ। ਇਹੋ ਜਿਹੇ ਮੌਕਿਆਂ ਦੇ ਉੱਤੇ ਕਦੇ ਕੁਝ ਸੋਚਣਾ ਪੈਂਦਾ। ਉਦੋਂ ਫਿਰ ਇਹ ਨਹੀਂ ਸੋਚੀਦਾ ਵੀ ਇੱਥੇ ਸਾਨੂੰ ਕੋਈ ਕੀ ਆਖੂ। ਇਸ ਵੇਲੇ ਕੋਈ ਕੀ ਆਖੂ ਨਹੀਂ, ਜਿਹੜੀਆਂ ਹਕੀਕਤਾਂ ਉਹਨਾਂ ਨਾਲ ਅੱਖ ਮਿਲਾ ਕੇ ਚੱਲਣ ਦਾ ਮੌਕਾ ਸੀ। ਕਿਸਾਨਾਂ ਦੀ ਲੀਡਰਸ਼ਿਪ ਨੇ ਜੇ ਫੈਸਲਾ ਕੀਤਾ ਤੇ ਠੀਕ ਕੀਤਾ। ਜੀ, ਪਰ ਜਦੋਂ ਆਪਾਂ ਪੰਜਾਬ ਵਾਲੇ ਪਾਸੇ ਆ ਜਾਈਏ ਤੇ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਸਿਆਸਤ ਆ, ਉਹ ਜਾਂ ਤੇ ਪਹਿਲਾਂ ਖੇਤੀ ਅੰਦੋਲਨ ਦੇ ਘੇਰੇ ਘੁੰਮਦੀ ਸੀ, ਤੇ ਅੱਜ ਜਿਸ ਦਿਨ ਦਾ ਹਾਈ ਕੋਰਟ ਦਾ ਫੈਸਲਾ ਆਇਆ, ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਹੋਰਾਂ ਅਸਤੀਫਾ ਦਿੱਤਾ, ਫਿਰ ਇੱਕ ਦੂਸਰੇ ਦੀ ਬਿਆਨਬਾਜ਼ੀ ਸ਼ੁਰੂ ਹੋ ਗਈ, ਤੇ ਹੁਣ ਜੱਜਮੈਂਟ ਆਉਣ ਤੋਂ ਬਾਅਦ ਜਿਸ ਹਿਸਾਬ ਨਾਲ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਕਾਲਤ ਜੁਆਇਨ ਕਰ ਲਈ ਆ, ਲਾਇਸੈਂਸ ਲੈ ਲਿਆ, ਉਹ ਸਾਰੇ ਕੁਛ ਦੇ ਵਿੱਚ ਧਿਆਨ ਲੋਕਾਂ ਦਾ ਇਸ ਪਾਸੇ ਵੀ ਲੱਗਿਆ ਵੀ 2015 ਤੋਂ ਉਡੀਕਦੇ ਸੀ ਵੀ 16 ਸਹੀ, 17 ਸਹੀ, 18, 19, 20, 21 ਕਰਦਿਆਂ ਪਤਾ ਲੱਗਿਆ ਵੀ ਗੱਲ ਉੱਥੇ ਹੀ ਖੜੀ ਹੈ ਜਿੱਥੇ 15 'ਚ ਖੜੀ ਸੀ। ਇਹ ਜਿਹੜਾ ਮੁੱਦਾ ਇਸ ਵਕਤ ਚਰਚਾ 'ਚ ਆ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਬਹੁਤ ਸਾਰੇ ਲੋਕ ਹੈ ਜਿਹੜੇ ਪਾਸੇ ਤੋਂ ਬੈਠ ਕੇ ਸਲਾਹਾਂ ਦਿੰਦੇ ਆ। ਜਿਹੜਾ ਬੰਦਾ ਕਰਦਾ ਹੋਵੇ ਉਹ ਕਿੱਦਾਂ ਕਰਦਾ, ਜੇ ਤੁਹਾਨੂੰ ਨਹੀਂ ਬੰਦਾ ਪਸੰਦ, ਉਹਦੀ ਯੋਗਤਾ 'ਤੇ ਭਰੋਸਾ ਨਹੀਂ, ਪਹਿਲਾਂ ਬੰਦਾ ਬਦਲ ਦਿਓ। ਜਿਹੜੇ ਮੰਤਰੀ ਤੇ ਵਿਧਾਇਕ 2018 ਤੋਂ ਲੈ ਕੇ 21 ਤੱਕ 3 ਸਾਲ ਇਹ ਕਹਿੰਦੇ ਰਹੇ ਕੁੰਵਰ ਵਿਜੇ ਪ੍ਰਤਾਪ ਠੀਕ ਹੈ, ਉਹਨਾਂ ਵਿੱਚੋਂ ਕੁਝ ਇਸ ਵੇਲੇ ਇਹ ਕਹਿੰਦੇ ਪਏ ਆ ਕਿ ਇੱਕ FIR ਜੋ 2015 ਦੀ ਹੈਗੀ ਸੀ, ਇਹਨੇ ਫਿਰ 2018 'ਚ ਨਵੀਂ FIR ਕਿਉਂ ਕੀਤੀ? ਇੱਕੋ ਕੇਸ ਦੇ ਵਿੱਚ 2 ਮੁਕੱਦਮੇ, ਫਸਟ ਇਨਫੋਰਮੇਸ਼ਨ ਰਿਪੋਰਟ FIR ਜਿਹੜੀਆਂ ਨੇ ਉਹ ਕਿੱਦਾਂ ਦਰਜ ਹੋ ਸਕਦੀਆਂ? ਇਹ ਗੱਲ ਜੇ ਤੁਹਾਨੂੰ ਪਤਾ ਸੀ ਤੇ ਤੁਸੀਂ 3 ਸਾਲ ਤੱਕ ਚੁੱਪ ਕਿਉਂ ਕੀਤੇ ਰਹੇ? ਉਦੋਂ ਉਹਨੂੰ ਕਹਿ ਦਿੰਦੇ। ਵਕੀਲਾਂ ਦੇ ਵਿੱਚੋਂ ਵੀ ਕੁਛ ਹੋਣੇ ਕਹਿੰਦੇ ਆ, ਜਿਹੜੇ ਉਦੋਂ ਚੁੱਪ ਕੀਤੇ ਰਹੇ ਸੀ, ਉਹ ਹੁਣ ਕਹਿੰਦੇ ਆ। ਦੂਸਰੇ ਪਾਸਿਓਂ ਕੁੰਵਰ ਵਿਜੇ ਪ੍ਰਤਾਪ ਸਿੰਘ ਜਦ ਤੱਕ ਕੰਮ ਕਰਦਾ ਰਿਹਾ, ਉਹਦੀ ਬਹਿਜਾ ਹੁੰਦੀ ਰਹੀ। ਜਦੋਂ ਉਹਨੇ ਰਿਪੋਰਟ ਸਬਮਿਟ ਕੀਤੀ, 9 ਚਲਾਨ ਉਹਨੇ ਪੇਸ਼ ਕਰ ਦਿੱਤੇ, 10ਵਾਂ ਕਰਨਾ ਸੀ। 10ਵਾਂ ਕਹਿੰਦੇ ਜ਼ਿਆਦਾ ਸੈਂਸਿਟਿਵ ਸੀ, ਉਹਦੇ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਪੇਸ਼ੀ ਆ ਗਈ। ਜੱਜ ਸਾਹਿਬ ਨੇ ਆਖਿਆ ਕਿ ਜੋ ਕੁਛ ਇਸ ਰਿਪੋਰਟ 'ਤੇ ਨਾ ਲਿਖਿਆ, ਜਿਹੜੀ ਰਿਪੋਰਟ ਨਾਲ ਸਬਮਿਟ ਕੀਤੀ ਅਦਾਲਤ ਨੂੰ, ਉਹ ਸਾਰੀ ਦੀ ਸਾਰੀ ਕਲਪਨਾ 'ਤੇ ਆਧਾਰਿਤ ਹੈ, ਜਿਵੇਂ ਕੋਈ ਕਹਾਣੀ ਲਿਖੀ ਹੁੰਦੀ ਹੈ। ਇਹਦੇ ਵਿੱਚ ਐਵੇਂ ਬੜਾਵੇਂ ਪਾ ਕੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਜਿਹੜੇ ਉਸ ਵਕਤ ਦੇ ਸੀ, ਦੋਵੇਂ ਬਾਪ ਬੇਟਾ, ਉਹਨਾਂ ਨੂੰ ਫਸਾਉਣ ਦਾ ਯਤਨ ਕੀਤਾ ਗਿਆ। ਅਕਸ਼ੇ ਕੁਮਾਰ ਦੀ ਸਿੰਘ ਐਂਡ ਬਲਿੰਗ ਬਣਾਤੀ ਹੈ। ਉਹ ਸਾਰਾ ਕੁਝ ਜੋ ਆ ਜੱਜ ਸਾਹਿਬ ਦੀ ਆਪਣੀ ਨਜ਼ਰ ਦੇ ਵਿੱਚ, ਉਹ ਜੋ ਉਹਨਾਂ ਨੇ ਠੀਕ ਸਮਝਿਆ ਉਹਨਾਂ ਲਿਖ ਦਿੱਤਾ। ਹੁਣ ਇਹਦੇ ਉੱਤੇ ਕੱਲ੍ਹ ਨੂੰ ਲੋਕ ਆਪੋ ਆਪਣੇ ਅਰਥ ਕੱਢਣਗੇ। ਇਹਨੂੰ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਅੱਗੇ ਵੀ ਚੈਲੰਜ ਕੀਤਾ ਜਾ ਸਕਦਾ, ਇਹਨੂੰ ਸੁਪਰੀਮ ਕੋਰਟ ਵਿੱਚ ਵੀ ਚੈਲੰਜ ਕੀਤਾ ਜਾ ਸਕਦਾ। ਪੰਜਾਬ ਸਰਕਾਰ 'ਚ ਇੱਕ ਰਾਏ ਇਹ ਵੀ ਬਣਦੀ ਪਈ ਹੈ ਕਿ ਹੁਣ ਚੈਲੰਜ ਕਰਨ ਦਾ ਕੰਮ ਛੱਡੋ, ਜੇ ਉੱਧਰ ਤੁਰ ਪਏ ਤੇ ਤਰੀਕਾਂ ਪੈਂਦਿਆਂ ਸਾਲ ਲੰਘ ਜਾਣਾ ਤੇ ਅਗਲੇ ਸਾਲ ਚੋਣਾਂ ਨੇ। ਆਪਾਂ ਇੱਦਾਂ ਕਰੀਏ ਕਿ ਹਾਈ ਕੋਰਟ ਨੇ ਕਹਿ ਦਿੱਤਾ ਇੱਕ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਓ, ਤੇ ਆਪਾਂ ਬਣਾ ਦਈਏ, ਬਣਾ ਕੇ ਉਹਨੂੰ ਟਾਈਮ ਬਾਉਂਡ ਦੇ ਦਈਏ ਕਿ 2 ਮਹੀਨਿਆਂ 'ਚ 3 ਮਹੀਨਿਆਂ 'ਚ ਕੰਮ ਕਰਕੇ ਮੁਕਾਵੇ। ਕਿਸੇ SIT ਨੇ 2 ਮਹੀਨਿਆਂ 3 ਮਹੀਨਿਆਂ 'ਚ ਕੰਮ ਨਹੀਂ ਮੁਕਾਉਣਾ। ਹਾਈ ਕੋਰਟ ਨੇ ਆਖਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਸ SIT 'ਚ ਨਾ ਪਾਓ, ਉਹ ਪਾਉਣ ਦੀ ਲੋੜ ਹੀ ਨਹੀਂ, ਉਹ ਤਾਂ ਅਸਤੀਫਾ ਦੇ ਕੇ ਹੁਣ ਪਾਉਣਾ ਕਿਹਨੇ? ਇਹ ਵੀ ਆਖਿਆ ਕਿ ਇਹਨੂੰ ਕਿਸੇ ਨੂੰ ਵੀ ਉਹ SIT ਰਿਪੋਰਟ ਨਾ ਕਰੇ, ਸਿੱਧਾ ਅਦਾਲਤ ਵਿੱਚ ਜਾਵੇ। ਤੇ ਕਰ ਦਿਓ, ਕੀ ਫਰਕ ਪੈਂਦਾ? ਉਹ ਜੋ ਵੀ ਕਰਨਾ ਕਰ ਦਿੱਤਾ ਜਾਵੇ। ਇਹਦੇ ਉੱਤੇ ਹੁਣ ਤੱਕ ਜਿਹੜੀ ਗੱਲ ਹੋਈ ਉਹ ਰਾਜਨੀਤੀ ਬਹੁਤੀ ਚੱਲਦੀ ਰਹੀ ਹੈ। ਹਾਈ ਕੋਰਟ ਨੇ ਵੀ ਆਖਿਆ ਕਿ ਇਹਦੇ ਵਿੱਚ ਰਾਜਨੀਤੀ ਹੈ ਸੀ, ਇੱਕ ਪਾਰਟੀ ਨੂੰ ਬਚਾਉਣ ਦਾ, ਇੱਕ ਨੂੰ ਫਸਾਉਣ ਦਾ, ਇੱਕ ਨੂੰ ਖੁਸ਼ ਕਰਨ ਦਾ, ਇੱਦਾਂ ਦੀਆਂ ਗੱਲਾਂ ਕੁਛ ਉਹਨਾਂ ਨੇ ਟਿੱਪਣੀਆਂ ਕੀਤੀਆਂ। ਜੱਜ ਸਾਹਿਬ ਨੇ, ਮਾਣਯੋਗ ਜੱਜ ਸਾਹਿਬ ਹੈ, ਉਹਨਾਂ ਦੀ ਜਿਹੜੀ ਇਹ ਜਿਹੜਾ ਉਹਨਾਂ ਦਾ ਫੈਸਲਾ, ਜਿਹੜੀਆਂ ਟਿੱਪਣੀਆਂ ਉਹਨਾਂ ਕੀਤੀਆਂ, ਉਹਨਾਂ ਟਿੱਪਣੀਆਂ 'ਤੇ ਅਸੀਂ ਟਿੱਪਣੀਆਂ ਨਹੀਂ ਕਰ ਸਕਦੇ।
ਉਹਦੇ 'ਚੋਂ ਇਹ ਵੀ ਕਹਿੰਦੇ ਆ ਕਿ ਮਾਮਲਾ ਤਾਂ ਸੀਗਾ ਫਾਇਰਿੰਗ ਦਾ। ਪਿੱਛੇ ਤੱਕ ਐਵੇਂ ਬੇਲੋੜਾ ਜਾ ਕੇ ਵੀ ਉਸ ਵਕਤ ਰਾਤ ਨੂੰ 12 ਵਜੇ ਤੋਂ 2 ਵਜੇ ਤੱਕ 22 ਵਾਰੀ ਟੈਲੀਫੋਨ ਕੀਤੇ ਗਏ। ਜੇ ਮੁੱਖ ਮੰਤਰੀ ਰਾਤ ਨੂੰ ਹਾਲਾਤ ਦਾ ਜਾਇਜ਼ਾ ਲੈਣ ਵਾਸਤੇ ਫੋਨ ਕਰਦਾ ਆਪਣੇ ਡੀਜੀਪੀ ਨੂੰ ਤੇ ਚੰਗੀ ਗੱਲ ਹੈ, ਕੋਈ ਗਲਤ ਨਹੀਂ ਕੀਤਾ ਗਿਆ। ਜੱਜ ਸਾਹਿਬ ਦੀ ਰਾਏ ਆ, ਉਹਨਾਂ ਨੂੰ ਰਾਏ ਦੇਣ ਦਾ ਹੱਕ ਹੈ। ਇਹਦੇ ਉੱਤੇ ਕੋਈ ਟਿੱਪਣੀ ਕੌਣ ਕਰੂਗਾ? ਹੁਣ ਇਹ ਸਾਰਾ ਕੁਝ ਜੋ ਹੋਇਆ ਇਹਦੇ 'ਚ ਵੱਖ-ਵੱਖ ਰਾਏ ਆਉਂਦੀਆਂ। ਕੁਝ ਲੋਕ ਇਹ ਕਹਿੰਦੇ ਆ ਕਿ ਜੇ ਤਾਂ ਸਿਰਫ ਇੰਨਾ ਹੀ ਕੰਮ ਹੁੰਦਾ ਕਿ ਉੱਥੇ ਭੀੜ ਇਕੱਠੀ ਹੋਈ ਸੀ, ਭੀੜ ਦੇ ਵਿੱਚੋਂ ਲੋਕ ਭੜਕ ਪਏ, ਪੁਲਿਸ ਨੇ ਗੋਲੀ ਚਲਾ ਦਿੱਤੀ, ਲੋਕ ਭੱਜ ਗਏ, ਪੁਲਿਸ ਨੇ ਪਿੱਛੇ ਗੋਲੀ ਚਲਾਈ, ਉਹਨਾਂ ਨੇ ਅੱਗੋਂ ਚਲਾ ਦਿੱਤੀ, ਆਹ ਹੋ ਗਿਆ। ਜੇ ਇੰਨੀਆਂ ਕੁ ਕਹਾਣੀਆਂ ਸੀ ਤੇ ਇਹਨਾਂ ਕੰਮ ਤਾਂ ਇੱਕ ਛੋਟਾ ਥਾਣੇਦਾਰ ASI ਕਰ ਸਕਦਾ ਸੀ, ਫਿਰ SIT ਬਣਾਉਣ ਦੀ ਲੋੜ ਕੀ ਸੀ? ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਉਣ ਦੀ ਲੋੜ ਕੀ ਸੀ? ਫਿਰ ਇਹ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੂੰ ਜਸਟਿਸ ਜ਼ੋਰਾ ਸਿੰਘ ਲਿਆਉਣ ਦੀ ਕੀ ਲੋੜ ਸੀ? ਫਿਰ ਉਹਨਾਂ ਨੂੰ ਇਹ CBI ਨੂੰ ਕੇਸ ਦੇਣ ਦੀ ਕੀ ਲੋੜ ਸੀ? ਫਿਰ ਤਾਂ ਇਹਦੀ ਲੋੜ ਹੀ ਕੋਈ ਨਹੀਂ ਸੀ ਆਈ। ਫਿਰ ਤੇ ਕੰਮ ਇਹਨਾਂ ਇੱਕ ਥਾਣੇਦਾਰ ਵੀ ਕਰ ਸਕਦਾ ਸੀ। ਪਰ ਜੇ SIT ਬਣਾਈ ਜਾਂਦੀ ਹੈ ਤੇ ਉਹ ਸਿਰਫ ਇਹ ਨਹੀਂ ਵਹਿੰਦੀ ਕਿ ਇਹ ਗੋਲੀ ਕਿਹਨੇ ਚਲਾਈ ਤੇ ਕਿਹਨੂੰ ਵੱਜੀ। ਵੇਖਿਆ ਜਾਂਦਾ ਕਿ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ। ਇਹ ਤੋਂ ਪਹਿਲਾਂ ਕਿ ਗੋਲੀ ਚਲਾਉਣ ਦੀ ਨੌਬਤ ਕਿਉਂ ਆਈ? ਕਹਿੰਦੇ ਜੀ ਭੀੜ ਭੜਕੀ। ਉਹਦੀ ਭੀੜ ਭੜਕੀ ਆ, ਉੱਥੇ ਭੀੜ ਜੁੜੀ ਕਿਉਂ ਸੀ? ਉਹ ਇਸ ਕਰਕੇ ਜੁੜੀ ਸੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਇਹ ਬੇਅਦਬੀ ਕਿਹਨੇ ਕੀਤੀ ਸੀ? ਬੇਅਦਬੀ ਦਾ ਕਾਰਨ ਕੀ ਸੀ? ਉਹ ਜੀ ਸੱਚੇ ਸੌਦੇ ਵਾਲੇ ਬਾਬੇ ਨੂੰ ਮਾਫੀ ਦਿੱਤੀ ਗਈ ਸੀ, ਮਾਫੀ ਦਿੱਤੀ ਤੇ ਵਾਪਸ ਲਈ ਗਈ ਸੀ। ਉਹ ਕੰਮ ਕਿਹਨੇ ਕਰਾਇਆ ਸੀ? ਫਿਰ ਤਾਂ SIT ਪਿੱਛੇ ਤੱਕ ਖੁਰਾ ਖੋਜ ਫੋੜ ਸਕਦੀ ਹੈ। ਹੁਣ ਇਹਦੇ ਉੱਤੇ ਅੱਡ ਰਾਏ ਨੇ। ਜੱਜ ਸਾਹਿਬਾਨ ਵੀ ਕਈ ਮਾਮਲਿਆਂ 'ਚ ਅਸੀਂ ਵੇਖਿਆ, ਇੱਕੋ ਮਾਮਲਾ ਹੁੰਦਾ, ਇੱਕ ਸੂਬੇ ਦੀ ਹਾਈ ਕੋਰਟ ਹੋਰ ਫੈਸਲਾ ਦਿੰਦੀ ਹੈ, ਦੂਜੇ ਦੀ ਹੋਰ ਦਿੰਦੀ ਹੈ, ਤੇ ਅਖੀਰ ਤੇ ਜਾ ਕੇ ਸੁਪਰੀਮ ਕੋਰਟ 'ਚ ਆਖਿਆ ਜਾਂਦਾ ਕਿ ਦੋਵਾਂ ਦਾ ਨਿਰਣਾ ਅਸੀਂ ਕਰਾਂਗੇ, ਕੌਣ ਠੀਕ ਹੈ ਕੌਣ ਨਹੀਂ ਠੀਕ। ਅਯੋਧਿਆ ਕੇਸ ਦੇ ਵਿੱਚ ਜਦੋਂ ਕਈ ਸਾਲਾਂ ਤੱਕ ਮੁਕੱਦਮਾ ਚੱਲਣ ਤੋਂ ਬਾਅਦ ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਦਿੱਤਾ, 3 ਜੱਜ ਸਨ, ਤਿੰਨਾਂ ਨੇ ਵੱਖੋ ਵੱਖਰਾ ਫੈਸਲਾ ਦੇ ਦਿੱਤਾ ਸੀ। ਫਿਰ ਕੀ ਕੀਤਾ ਜਾਵੇ? ਜੱਜ ਸਾਹਿਬ ਦੀ ਆਪੋ ਆਪਣੀ ਰਾਏ ਹੋ ਸਕਦੀ ਹੈ। ਇਹ ਵੀ ਹੁਣ ਜੱਜ ਸਾਹਿਬ ਦੀ ਰਾਏ ਹੈ, ਉਹਨਾਂ ਦੀ ਰਾਏ ਜਿਹੜੀ ਹੈ ਇਹ ਕੱਲ੍ਹ ਨੂੰ ਡਬਲ ਬੈਂਚ ਜਾਂ ਸੁਪਰੀਮ ਕੋਰਟ ਜਾ ਕੇ ਟਿਕ ਵੀ ਸਕਦੀ ਹੈ, ਰੱਦ ਵੀ ਕੀਤੀ ਜਾ ਸਕਦੀ। ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ, ਇਹ ਕੱਲ੍ਹ ਦੀਆਂ ਗੱਲਾਂ ਨੇ। ਸਵਾਲ ਇਸ ਵੇਲੇ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਦਾ ਜਿਹੜਾ ਇਮੇਜ ਸੀ, ਕੁਝ ਲੋਕ ਕਹਿੰਦੇ ਆ ਕਿ ਉਹਨੇ ਬਹੁਤ ਬਹਾਦਰੀ ਨਾਲ ਕੰਮ ਕੀਤਾ, ਬੜੀ ਅਕਲ ਨਾਲ ਕੀਤਾ। ਕੁਝ ਕਹਿੰਦੇ ਜੀ ਬੜਾ ਐਰੋਗੈਂਟ ਹੈ, ਹਰ ਇੱਕ ਦੇ ਖਿਲਾਫ ਬੋਲਦਾ ਸੀ, ਐਂ ਕੀਤਾ ਉਹ ਕੀਤਾ। ਕੁਝ ਲੋਕ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਆ, ਇਹਨਾਂ ਨੇ ਆਪਣੇ ਐਡਵੋਕੇਟ ਜਨਰਲ ਨੂੰ ਖਿੱਚਿਆ ਨਹੀਂ, ਉਹ ਤਰੀਕਾਂ ਤੇ ਪੇਸ਼ ਨਹੀਂ ਹੋਇਆ। ਜਦੋਂ ਤਰੀਕ ਆਉਂਦੀ ਸੀ ਉਹ ਮੈਡੀਕਲ ਲੀਵ ਲੈ ਜਾਂਦਾ ਸੀ। ਦਿੱਲੀ ਤੋਂ ਵਕੀਲ ਲੈਣ ਦੇ ਉਹਨਾਂ ਨੇ ਚੱਜ ਨਾਲ ਕੇਸ ਨਹੀਂ ਪੇਸ਼ ਕੀਤਾ ਕਿ ਨਹੀਂ ਕੀਤਾ। ਅਸੀਂ ਤੇ ਐਕਸਪਰਟ ਨਹੀਂ ਕਿ ਲਾ ਦੇ, ਸਾਨੂੰ ਨਹੀਂ ਪਤਾ ਅੰਦਰ ਹਾਈ ਕੋਰਟ 'ਚ ਕੀ ਕੁਛ ਹੋਇਆ, ਸੀ ਬਹਿਸ ਸੁਣੀ ਨਹੀਂ। ਇਹੋ ਜਿਹੀਆਂ ਗੱਲਾਂ ਬਹੁਤ ਸਾਰੀਆਂ ਸੁਣਨ ਨੂੰ ਮਿਲਦੀਆਂ। ਕੁਝ ਲੋਕ ਕਹਿੰਦੇ ਆ ਜੀ ਵਕੀਲਾਂ ਨਾਲੇ ਦੀ ਸੁਰ ਨਹੀਂ ਸੀ ਮਿਲਦੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ। ਇਹ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਅੱਡੋ ਅੱਡ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਅਕਾਲੀਆਂ ਨੇ ਕੱਲ੍ਹ 2 ਸੀਨੀਅਰ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਅਦਾਲਤ ਨੇ ਕਿਉਂਕਿ ਕਹਿਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪੜਤਾਲ ਠੀਕ ਨਹੀਂ ਸੀ। 5 ਮੈਂਬਰਾਂ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ SIT, ਬਾਕੀ 4 ਇਹਦੇ ਨਾਲ ਚੱਲੇ ਨਹੀਂ। ਇਹ ਇਕੱਲਾ ਕਿਉਂ ਚੱਲਿਆ? ਹੁਣ ਜੇ ਇਕੱਲਾ ਚੱਲਿਆ ਸੀ ਤੇ ਮੌਕੇ ਦੀ ਸਰਕਾਰ ਕੀ ਕਰਦੀ ਸੀ? ਮੌਕੇ ਦੇ ਜਿਹੜੇ ਟਾਪ ਬਾਸ ਨੇ ਉਹਨਾਂ ਨੂੰ ਚਾਹੀਦਾ ਸੀ ਜਾਂ ਤਾਂ ਇਹਨੂੰ ਬਦਲ ਦਿੰਦੇ ਜਾਂ SIT ਬਦਲ ਦਿੰਦੇ, ਕੁਝ ਕਰ ਲੈਂਦੇ। ਹੁਣ ਇਸ ਵੇਲੇ ਤੇ ਇਹ ਗੱਲਾਂ ਆਖਣ ਦਾ ਕੋਈ ਫਾਇਦਾ ਨਹੀਂ। ਇਹ ਸਵਾਲ ਵੀ ਉੱਠਦਾ ਪਿਆ। ਇਹਨਾਂ ਨੇ ਅਕਾਲੀ ਆਗੂਆਂ ਨੇ ਆਖਿਆ ਜੀ ਕਿਉਂਕਿ ਇਹਦੀ ਰਿਪੋਰਟ ਨੂੰ ਅਦਾਲਤ ਨੇ ਕਹਿ ਦਿੱਤਾ ਕਿ ਇਹ ਬੇਲੋੜੀਆਂ ਕਹਾਣੀਆਂ ਨੇ ਔਰ ਬਦੋ-ਬਦੀ ਬਾਦਲ ਬਾਪ ਬੇਟੇ ਨੂੰ ਫਸਾਉਣ ਦਾ ਯਤਨ ਕੀਤਾ ਗਿਆ, ਇਸ ਕਰਕੇ ਰਿਪੋਰਟ ਤਾਂ ਰੱਦ ਕਰ ਦਿੱਤੀ ਹੈ ਹਾਈ ਕੋਰਟ ਨੇ। ਹੁਣ ਅਗਲਾ ਕੰਮ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਰੱਦ ਕਰੇ, ਇਹਨੂੰ ਨੌਕਰੀ ਤੋਂ ਬਰਤਰਫ ਕਰੇ, ਇਹਦੇ ਉੱਤੇ ਕੇਸ ਦਰਜ ਕੀਤਾ ਜਾਵੇ ਕਿ ਇਹਨੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਨੂੰ ਫਸਾਉਣ ਦਾ ਯਤਨ ਕੀਤਾ। ਜਿਹੜਾ ਕੱਲ੍ਹ ਤੱਕ ਦੂਜਿਆਂ ਨੂੰ ਫਸਾਉਂਦਾ ਸੀ, ਹੁਣ ਉਹਨੂੰ ਫਸਾਉਣ ਵਾਸਤੇ ਕੇਸ ਦਰਜ ਕਰਨ ਦੀ ਮੰਗ ਹੋ ਗਈ ਹੈ। ਇਹਦੇ ਉੱਤੇ ਨਵਜੋਤ ਸਿੰਘ ਸਿੱਧੂ ਵੀ ਬੋਲਿਆ। ਉਹ ਕਹਿੰਦਾ ਕਿ ਜੋ ਕੁਛ ਹੋਇਆ, ਇਹ ਜੋ ਕੁਝ ਹਾਈ ਕੋਰਟ ਜਾ ਕੇ ਕੇਸ ਡਿੱਗ ਪਿਆ, ਜਿਹੜੇ ਹਾਲਾਤ ਬਣੇ ਆ, ਇਹਨਾਂ ਦੇ ਵਿੱਚ ਇਹ ਆਖਣਾ ਕਿ ਐਡਵੋਕੇਟ ਜਨਰਲ ਪੇਸ਼ ਨਹੀਂ ਹੋਇਆ, ਇਹਦੇ 'ਚ ਇਹ ਆਖਣਾ ਕਿ SIT ਨੇ ਕੰਮ ਨਹੀਂ ਕੀਤਾ, ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਗ੍ਰਹਿ ਮੰਤਰੀ ਦੀ ਹੈ। ਉਹ ਕਹਿੰਦਾ ਤਾਂ ਹੋਮ ਮਿਨਿਸਟਰ ਯਾਨੀ ਗ੍ਰਹਿ ਮੰਤਰੀ ਹੈ, ਪਰ ਉਹਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਕਿ ਗ੍ਰਹਿ ਮੰਤਰੀ ਜਿਹੜਾ ਉਹ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਆ। ਪਿਛਲੀ ਸਰਕਾਰ ਦੇ ਵਿੱਚ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਇੱਕੋ ਬੰਦਾ ਸੁਖਬੀਰ ਸਿੰਘ ਬਾਦਲ ਸੀ, ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੈ। ਹੁਣ ਉਹ ਜਦੋਂ ਗ੍ਰਹਿ ਮੰਤਰੀ ਕਹਿ ਕੇ ਅਟੈਕ ਕਰਦਾ ਤੇ ਅਟੈਕ ਸਿੱਧਾ ਉਹਦਾ ਕੈਪਟਨ ਅਮਰਿੰਦਰ ਸਿੰਘ ਤੇ। ਉਹਨੇ 4-5 ਵਾਰੀ ਇਹ ਗੱਲ ਆਖੀ। ਉਹਦੇ ਤੋਂ ਬਾਅਦ ਸ਼ਨੀਚਰਵਾਰ ਨੂੰ ਇੱਕ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਹਨੇ ਇੱਕ ਦਿਨ ਪਹਿਲਾਂ ਤਾਂ ਸਰਕਾਰ ਤੇ ਅਟੈਕ ਕੀਤਾ ਸੀ ਕਿ ਜੋ ਕੁਛ ਹੋਇਆ ਇਹਦੇ 'ਚ ਸਾਡੀ ਸਰਕਾਰ ਦੀ ਵੀ ਨਲਾਇਕੀ ਕੁਝ ਗਲਤੀਆਂ ਹੈਗੀਆਂ ਨੇ। ਉਹਨੇ ਬੰਦਿਆਂ ਨਾਲ ਗੱਲਾਂ ਕਰਦਿਆਂ ਆਖਿਆ
ਕਹਿੰਦੇ ਜੀ ਗਲਤੀਆਂ ਹੈਗੀਆਂ ਜਿਹਦਾ ਕਰਕੇ ਨੁਕਸਾਨ ਹੋਇਆ। ਪਰ ਸਨਿਚਰਵਾਰ ਉਹਨੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਕੌੜੀਆਂ ਫਿੱਕੀਆਂ ਸੁਣਾਈਆਂ। ਕਹਿੰਦਾ ਅੱਜ ਤੈਨੂੰ ਪਤਾ ਲੱਗ ਗਿਆ ਕਿ ਆਹ ਗੁੱਲ ਬੜੀ ਹੋਈ, ਅੱਜ ਤੈਨੂੰ ਜਾਪਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਅੱਜ ਤੈਨੂੰ ਜਾਪਦਾ ਭੀੜ ਦੇ ਉੱਤੇ ਗੋਲੀ ਚੱਲੀ ਤੇ ਸਿੱਖ ਸੰਗਤ ਜਿਹੜੇ ਉਹਦੇ ਹਿਰਦੇ ਬਲੂੰਦਰੇ ਗਏ। ਪਰ ਤੂੰ ਇਹ ਦੱਸ ਕਿ ਜਦੋਂ 2015 'ਚ ਸਾਰਾ ਕਾਂਡ ਹੋਇਆ, ਜਦੋਂ ਉਸ ਬਾਬੇ ਨੂੰ ਮਾਫੀ ਦਿੱਤੀ ਗਈ, ਮਾਫੀ ਵਾਪਸ ਲਈ ਗਈ, ਬੇਅਦਬੀ ਕਾਂਡ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਇੱਕ ਚੋਰੀ ਹੋਈ, ਬਾਅਦ ਵਿੱਚ ਪਾੜ ਕੇ ਉਹਦੀ ਬੇਅਦਬੀ ਕੀਤੀ ਗਈ, ਜਦੋਂ ਸਿੱਖ ਸੰਗਤ ਨੇ ਉੱਥੇ ਧਰਨਾ ਮਾਰਿਆ ਤੇ ਪੁਲਿਸ ਨੇ ਗੋਲੀ ਚਲਾਈ, ਉਦੋਂ ਤੂੰ ਕਿੱਥੇ ਸਾਂ? ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟ ਮੈਂਬਰ ਸਾਂ। ਕੀ ਤੂੰ ਜਾਂ ਤੇਰੀ ਪਤਨੀ ਉਦੋਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ 'ਚ ਚੀਫ ਪਾਰਲੀਮੈਂਟਰੀ ਸੈਕਟਰੀ ਹੁੰਦੀ ਸੀ? ਤੁਹਾਡੇ ਦੋਹਾਂ 'ਚੋਂ ਕਿਸੇ ਨੇ ਉਦੋਂ ਇਹਦੇ ਉੱਤੇ ਕੋਈ ਆਵਾਜ਼ ਉਠਾਈ? ਤੁਸੀਂ ਇੱਕ ਵੀ ਬਿਆਨ ਦਿੱਤਾ? ਉਦੋਂ ਤੁਸੀਂ ਇਸ ਕਰਕੇ ਚੁੱਪ ਕੀਤੇ ਰਹੇ ਕਿਉਂਕਿ ਤੁਸੀਂ ਅਕਾਲੀ ਭਾਜਪਾ ਗੱਠਜੋੜ ਦਾ ਹਿੱਸਾ ਸੀ ਦੋਵੇਂ ਜੀ। ਤੇ ਉਦੋਂ ਬਾਅਦ ਤੂੰ ਆ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ, ਤੂੰ ਇਸ ਮੁੱਦੇ ਤੇ ਨਹੀਂ ਬੋਲਿਆ। ਤੂੰ 2 ਸਾਲ ਤੱਕ ਇਸ ਸਰਕਾਰ ਦੇ ਵਿੱਚ ਸ਼ਾਮਲ ਰਿਹਾ ਲੋਕਲ ਬਾਡੀਜ਼ ਮੰਤਰੀ ਦੇ ਤੌਰ ਤੇ, ਉਦੋਂ ਨਹੀਂ ਬੋਲਿਆ ਤੇ ਅੱਜ ਤੈਨੂੰ ਮੌਕਾ ਮਿਲ ਗਿਆ। ਹੁਣ ਇਹ ਗੱਲ ਜਦੋਂ ਤੁਰਨ ਲੱਗਦੇ ਆ, ਇਹ ਸਿਆਸੀ ਲੀਡਰਾਂ ਦੀ ਮੁਸ਼ਕਿਲ ਇਹ ਹੁੰਦੀ ਆ ਕਿ ਅੱਜ ਦੇ ਹਾਲਾਤ 'ਚੋਂ ਕੁਝ ਬੋਲਦੇ, ਕੱਲ੍ਹ ਨੂੰ ਕੁਝ ਬੋਲਦੇ ਆ। ਹੁਣ ਨਵਜੋਤ ਸਿੰਘ ਸਿੱਧੂ ਨੂੰ ਜਿਹੜੇ ਢੰਗ ਨਾਲ ਸੁਖਜਿੰਦਰ ਰੰਧਾਵੇ ਨੇ ਘੇਰਨਾ ਸ਼ੁਰੂ ਕਰਤਾ, ਇਹ ਵੀ ਮੁੱਦਾ ਕੱਲ੍ਹ ਨੂੰ ਵੱਡਾ ਬਣ ਸਕਦਾ। ਪਰ ਨਵਜੋਤ ਸਿੱਧੂ ਅੱਜ ਫੇਰ ਇੱਥੇ ਬੋਲ ਪਿਆ, ਉਹ ਲਗਾਤਾਰ ਆਪਣੀ ਬਿਆਨਬਾਜ਼ੀ ਦੇ ਰਿਹਾ। ਇਹਦੇ ਤੋਂ ਪਾਸੇ ਹਟ ਕੇ ਇੱਕ ਆਵਾਜ਼ ਉਠਾਈ ਆ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪਾਰਲੀਮੈਂਟ ਮੈਂਬਰ ਪ੍ਰਤਾਪ ਸਿੰਘ ਬਾਜਵੇ ਨੇ। ਉਹਨੇ ਕਿਹਾ ਜੀ ਬਿਆਨਬਾਜ਼ੀ ਛੱਡੋ, ਹਾਈ ਕੋਰਟ ਦੇ ਵਿੱਚ ਵੀ ਹੁਣ ਜਾ ਕੇ ਚੈਲੰਜ ਨਾ ਕਰਿਓ ਡਬਲ ਬੈਂਚ ਸਾਹਮਣੇ ਤੇ ਨਾ ਜਾਇਓ ਸੁਪਰੀਮ ਕੋਰਟ ਦੇ ਕੋਲ। ਹਾਈ ਕੋਰਟ ਨੇ ਕਹਿਤਾ ਤੁਸੀਂ SIT ਬਣਾਓ, ਨਵੀਂ SIT ਬਣਾ ਕੇ ਨਵੇਂ ਸਿਰੋਂ ਜਾਂਚ ਕਰਾਓ, ਜਿਹੜੀ ਰਿਪੋਰਟ ਪੇਸ਼ ਕਰਨੀ ਅਦਾਲਤ ਵਿੱਚ ਕਰ ਦਿਓ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੇ ਪਾਸੇ ਮੂੰਹ ਕਰੋ, ਬਾਕੀ ਗੱਲਾਂ ਨਾ ਕਰੋ। ਪਰ ਜਿਹੜਾ ਇਹਦੇ ਦੌਰਾਨ 1 ਹਫ਼ਤੇ ਤੋਂ ਲਗਾਤਾਰ ਇਹ ਪ੍ਰਚਾਰ ਚੱਲ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਆਪੋ 'ਚ ਰਲੇ ਆ, ਉਸ ਪ੍ਰਚਾਰ ਨੇ ਇਸ ਵੇਲੇ ਇਹਨਾਂ ਦੋਵਾਂ ਪਾਰਟੀਆਂ ਦਾ ਇਮੇਜ ਬਹੁਤ ਖਰਾਬ ਕੀਤਾ। ਉਸ ਪ੍ਰਚਾਰ ਦਾ ਪਹਿਲਾਂ 2-3 ਦਿਨ ਤੱਕ ਕਿਸੇ ਨੇ ਜਵਾਬ ਨਹੀਂ ਦਿੱਤਾ। ਫਿਰ ਕੈਪਟਨ ਅਮਰਿੰਦਰ ਸਿੰਘ ਦੇ ਬੰਦਿਆਂ ਨੇ ਕਹਿਣਾ ਸ਼ੁਰੂ ਕਰਤਾ ਕੋਈ ਰਲੇ ਨਹੀਂ, ਅਸੀਂ ਤਾਂ ਲੜਾਈ ਲੜ ਰਹੇ ਹਾਂ, ਇਹ 'ਚ ਕਮੀਆਂ ਕਮਜ਼ੋਰੀਆਂ ਰਹਿ ਗਈਆਂ, ਅਸੀਂ ਫਿਰ ਲੜਾਂਗੇ। ਪਰ ਉਹ ਇਸ ਗੱਲ ਦੇ ਵਿੱਚ ਦੇਰ ਕਰ ਗਏ ਆ। ਨੁਕਸਾਨ ਕਾਂਗਰਸ ਪਾਰਟੀ ਦਾ ਵੀ ਹੋਇਆ ਤੇ ਨੁਕਸਾਨ ਅਕਾਲੀ ਦਲ ਦਾ ਵੀ ਹੋਇਆ। ਹੁਣ ਇੱਕ ਗੱਲ ਚੱਲਦੀ ਪਈ ਹੈ ਕਿ ਭਾਵੇਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਾਇਸੈਂਸ ਲੈ ਲਿਆ ਵਕੀਲ ਦੇ ਤੌਰ ਤੇ, ਭਾਵੇਂ ਉਹਨੇ ਅੰਮ੍ਰਿਤਸਰ ਦੀ ਬਾਰ ਵਿੱਚ ਜਾ ਕੇ ਆਪਣਾ ਨਾਂ ਰਜਿਸਟਰ ਕਰਾ ਲਿਆ ਤੇ ਅੰਮ੍ਰਿਤਸਰ ਤੋਂ ਪ੍ਰੈਕਟਿਸ ਕਰਨੀ ਹੈ, ਇਹ ਤਾਂ ਜੀ ਰਾਜਨੀਤੀ 'ਚ ਆਊ। 2 ਗੱਲਾਂ ਚੱਲਦੀਆਂ, ਇੱਕ ਕਹਿੰਦੇ ਆ ਜੀ ਆਮ ਆਦਮੀ ਪਾਰਟੀ 'ਚ ਜਾਊਗਾ। ਆਮ ਆਦਮੀ ਪਾਰਟੀ ਵਾਲੇ ਇਹਦੇ ਬਾਰੇ ਬਿਲਕੁਲ ਚੁੱਪ ਨੇ ਤੇ ਕੁੰਵਰ ਵਿਜੇ ਪ੍ਰਤਾਪ ਨੇ ਵੀ ਅਜੇ ਤੱਕ ਇਹੋ ਜਿਹਾ ਕੋਈ ਇਸ਼ਾਰਾ ਨਹੀਂ ਕੀਤਾ ਕਿ ਮੈਂ ਰਾਜਨੀਤੀ 'ਚ ਆਊਂ। ਦੂਜੀ ਗੱਲ ਇਹ ਕਿ ਪਿਛਲੇ ਸਮੇਂ ਵਿੱਚ ਵੀ ਪੰਜਾਬ ਦੇ ਗਵਰਨਰ VP ਸਿੰਘ ਬਦਨੌਰ ਨੂੰ ਮਿਲਦਾ ਰਿਹਾ। VP ਸਿੰਘ ਬਦਨੌਰ ਗਵਰਨਰ ਬਣਨ ਤੋਂ ਪਹਿਲਾਂ ਭਾਜਪਾ ਦਾ ਲੀਡਰ ਸੀ, ਇਹ ਉਹਨੂੰ ਮੁੜ ਕੇ ਮਿਲਦਾ ਸੀ। ਹੁਣ ਅਸਤੀਫਾ ਦੇਣ ਤੋਂ ਬਾਅਦ ਫਿਰ ਉਹਨੂੰ ਮਿਲਣ ਗਿਆ। ਇਹਦੇ ਵਿੱਚੋਂ ਕੁਝ ਲੋਕ ਇਹ ਅੰਦਾਜ਼ੇ ਲਾਉਂਦੇ ਆ ਕਿ ਹੋ ਸਕਦਾ ਕੱਲ੍ਹ ਨੂੰ ਇਹ ਭਾਜਪਾ ਚੱਲ ਜੇ। ਪਰ ਅੱਜ ਭਾਜਪਾ ਦੇ ਇੱਕ ਵੱਡੇ ਲੀਡਰ ਨੇ ਇਹਦੇ ਉੱਤੇ ਅਟੈਕ ਸ਼ੁਰੂ ਕਰਤਾ ਕਿ ਇਹਨੇ ਆਹ ਕੀਤਾ ਉਹ ਕੀਤਾ, ਇਹਨੂੰ ਤੇ ਅਕਲ ਹੀ ਕੋਈ ਨਹੀਂ, ਇਹਨੂੰ ਤਾਂ ਪਤਾ ਹੀ ਨਹੀਂ ਗਾ ਇਹ IG ਬਣਿਆ ਫਿਰਦਾ, ਜਿਹੜਾ ਕੰਮ ਇੱਕ ਥਾਣੇ 'ਚ ਬੈਠਾ ASI ਕਰ ਸਕਦਾ, ਉਹਦੇ ਵਾਂਗ ਵੀ ਇਹਨਾਂ ਨੇ ਸਮਝ ਕੀਤੀ, ਇਹਨੇ FIR ਖਰਾਬ ਕਰ ਦਿੱਤੀ ਹੈ। ਜੇ ਇਹਨੇ ਭਾਜਪਾ 'ਚ ਜਾਣਾ ਹੁੰਦਾ, ਉੱਪਰੋਂ ਉਹਨਾਂ ਨੇ ਆਪਣੇ ਬੰਦਿਆਂ ਨੂੰ ਇਹੋ ਜਿਹਾ ਇਸ਼ਾਰਾ ਜ਼ਰੂਰ ਕਰ ਦੇਣਾ ਸੀ ਕਿ ਇਹਦੇ ਖਿਲਾਫ ਨਾ ਬੋਲੋ। ਜਿੱਦਾਂ ਉਹਨਾਂ ਨੇ ਇਹ 'ਤੇ ਅਟੈਕ ਕੀਤਾ, ਉਹਦੇ ਤੋਂ ਲੱਗਦਾ ਜਿਵੇਂ ਭਾਜਪਾ ਨਾਲ ਗੱਲ ਨਹੀਂ ਬਣ ਰਹੀ। ਜਿੱਥੇ ਉਹ ਖੜਾ ਅਜੇ ਤੱਕ ਉਹਨੇ ਆਪਣੇ ਪੱਤੇ ਸ਼ੋਅ ਨਹੀਂ ਕੀਤੇ, ਸਿਰਫ ਇੰਨਾ ਆਖਿਆ ਕਿ ਲਾਇਸੈਂਸ ਮੈਂ ਲੈ ਲਿਆ, ਹੁਣ ਮੈਂ ਵਕਾਲਤ ਕਰਾਂਗਾ, ਜੇ ਕੋਈ ਗਰੀਬ ਆਵੇ ਤੇ ਉਹਦਾ ਕੇਸ ਮੈਂ ਮੁਫਤ ਲੜਿਆ ਕਰਾਂਗਾ, ਬਾਕੀਆਂ ਦੇ ਕੇਸ ਜਿਹੜੇ ਆ ਉਹ ਕਹਿੰਦਾ ਜਿੱਦਾਂ ਵਕੀਲ ਲੜਦੇ ਮੈਂ ਲੜੂੰਗਾ, ਪਰ ਆਹ ਜਿਹੜਾ ਕੇਸ ਆ ਇਹਦੇ ਵਿੱਚ ਮੈਂ ਲਗਾਤਾਰ ਇੰਟਰਸਟ ਲਊਂਗਾ, ਜਿੱਥੇ ਦਖਲ ਦੇਣ ਦੀ ਲੋੜ ਪਈ ਮੈਂ ਅਦਾਲਤ ਵਿੱਚ ਵੀ ਪੇਸ਼ ਹੋਊਂਗਾ। ਪਰ ਸਭ ਇੱਥੇ 2 ਐਂਗਲ ਨੇ। ਪਹਿਲਾ ਐਂਗਲ ਤੇ ਇਹ ਹੈ ਕਿ ਜਿੱਦਾਂ ਹੁਣ ਕੁਝ ਲੀਡਰ ਕਹਿੰਦੇ ਆ ਕਿ SIT ਨਵੀਂ ਬਣਾ ਦਈਏ, ਕੁਝ ਦਾ ਕਹਿਣਾ ਕਿ SIT ਨਹੀਂ ਬਣਾਉਣੀ ਚਾਹੀਦੀ, ਆਪਾਂ ਨੂੰ ਦੁਬਾਰਾ ਇਸੇ ਕੇਸ ਨੂੰ ਅੱਗੇ ਡਬਲ ਬੈਂਚ ਕੋਲ ਲਿਜਾਣਾ ਚਾਹੀਦਾ ਜਾਂ ਸੁਪਰੀਮ ਕੋਰਟ ਲਿਜਾਣਾ ਚਾਹੀਦਾ। ਹੁਣ ਜੇ ਡਬਲ ਬੈਂਚ ਕੋਲ ਜਾਂਦਾ ਜਾਂ ਸੁਪਰੀਮ ਕੋਰਟ ਜਾਂਦਾ, ਫਿਰ ਤੇ ਜਿਹੜੀ ਪਿਛਲੀ ਜਾਂਚ ਹੋਈ ਆ ਉਹਨੂੰ ਆਧਾਰ ਬਣਾਇਆ ਜਾਊਗਾ ਵੀ ਜਾਂਚ ਸਹੀ ਸੀਗੀ, ਜੱਜ ਸਾਹਿਬ ਦਾ ਫੈਸਲਾ ਗਲਤ ਆ। ਤੇ ਜੇ ਉਹਨੂੰ ਜਾਂਚ ਨੂੰ ਮੰਨ ਕੇ SIT ਨਵੀਂ ਬਣਾ ਲਈ ਜਾਂਦੀ, ਫਿਰ ਤਾਂ ਇਹ ਵੀ ਸਾਫ਼ ਹੋ ਜਾਊਗਾ ਵੀ ਕੁੰਵਰ ਵਿਜੇ ਪ੍ਰਤਾਪ ਵਾਕਈ ਗਲਤ ਸੀ ਤੇ ਹੁਣ ਸਰਕਾਰ ਦੁਬਾਰਾ ਤੋਂ ਜਾਂਚ ਕਰ ਰਹੀ ਹੈ। ਇਹ ਜਿਹੜੀਆਂ ਦੋਵੇਂ ਗੱਲਾਂ ਨੇ, ਇਹਨਾਂ ਦਾ ਅਲੱਗ-ਅਲੱਗ ਪ੍ਰਭਾਵ ਕੀ ਜਾਊਗਾ ਜੀ? ਇੱਕ ਇਹ 'ਚੋਂ ਰਸਤਾ ਨਿਕਲ ਸਕਦਾ ਕਿ ਪੰਜਾਬ ਸਰਕਾਰ ਨਵੀਂ SIT ਬਣਾ ਦੇ, ਉਹਨੂੰ ਕਹੇ ਜੀ ਤੁਹਾਡੇ ਜਿੰਮੇ ਕੰਮ ਇਹ ਆ ਕਿ ਤੁਸੀਂ ਜੇ ਕੁਝ ਹੋਰ ਫੋਲਣਾ ਫੋਲ ਲਓ, 4 ਬੰਦਿਆਂ ਦੇ ਬਿਆਨ ਲੈਣੇ ਲੈ ਲਓ, ਉਹ ਵੀ ਰਿਕਾਰਡ ਕਰ ਲਓ। ਆਹ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਹੈ, ਇਹਨੂੰ ਬੇਸ ਮੰਨ ਲਓ। ਇਹਦੇ ਵਿੱਚੋਂ ਜਿਹੜੀਆਂ ਗੱਲਾਂ ਦੇ ਉੱਤੇ ਹਾਈ ਕੋਰਟ ਨੇ ਇਤਰਾਜ਼ ਕੀਤਾ, ਇਹਨਾਂ ਨੂੰ ਜਿਹੜੀਆਂ ਗੱਲਾਂ ਤੁਹਾਨੂੰ ਗਲਤ ਲੱਗਦੀਆਂ ਉਹ ਕੱਟ ਦਿਓ, ਪਰ ਇਸ ਰਿਪੋਰਟ ਦੀਆਂ ਜਿਹੜੀਆਂ ਫਾਈਂਡਿੰਗਸ ਤੁਹਾਨੂੰ ਠੀਕ ਲੱਗਦੀਆਂ ਉਹਨਾਂ ਨੂੰ ਲੈ ਕੇ ਐਡਿਟ ਕਰਕੇ, ਅਸੀਂ ਅਖਬਾਰਾਂ ਦੇ ਐਡੀਟਰ ਹਾਂ, ਪੱਤਰਕਾਰ ਹਾਂ, ਅਸੀਂ ਕੀ ਕਰਦੇ ਹਾਂ,
ਖਬਰ ਆਈ ਹੁੰਦੀ ਬਹੁਤ ਜ਼ਿਆਦਾ ਕੂੜਾ ਕਚਰਾ ਪਾਇਆ ਹੁੰਦਾ ਉਹ 'ਚੋਂ ਕੂੜਾ ਕਚਰਾ ਕੱਢ ਕੇ ਤੇ ਫਿਰ ਉਹ 'ਚੋਂ ਕੰਮ ਦੀ ਗੱਲ ਵੀ ਕੱਢ ਲੈਂਦੇ। ਕਈ ਵਾਰੀ ਕੰਮ ਦੀ ਗੱਲ ਕੱਢਣੀ ਆਪੋ ਆਪਣਾ ਢੰਗ ਹੁੰਦਾ। ਕੁਝ ਲੋਕ ਇੰਨੀ ਕੁ ਕੱਢਦੇ ਆ ਕਿ ਉਹਦੇ ਨਾਲ ਖਬਰ ਵੀ ਰਹਿ ਜੇ, ਲੋਕਾਂ ਦੇ ਪੱਲੇ ਵੀ ਕੁਛ ਪੈ ਜੇ। ਕੁਝ ਇੰਨਾ ਜ਼ਿਆਦਾ ਕੱਢ ਦਿੰਦੇ ਆ ਕਿ ਉਹ ਜਾਂਦਿਆਂ ਐਵੇਂ ਟੀਚਰ ਜੀ ਵਾਂਗੂ ਬਸ ਇੰਨਾ ਹੀ ਹੋ ਗਿਆ ਐਕਸੀਡੈਂਟ, 3 ਬੰਦੇ ਮਰ ਗਏ। ਇਹ ਜਿਹੜੀ ਗੱਲ ਹੁੰਦੀ ਆ, ਇਹ ਖਬਰ ਨੂੰ ਖਬਰ ਵੀ ਰਹਿ ਜਾਵੇ ਤੇ ਉਹਦੇ ਵਿੱਚੋਂ ਫਾਲਤੂ ਮਟੀਰੀਅਲ ਵੀ ਕੱਢ ਦਿੱਤਾ ਜਾਵੇ। ਇਹ ਆਖਣਾ ਕਿ ਉਹ ਸੜਕ ਤੋਂ ਇੱਕ ਪਹਿਲਾਂ ਟਰਾਲੀ ਲੰਘੀ ਸੀ, ਉਸ ਤੋਂ ਬਾਅਦ 2 ਟਰੱਕ ਲੰਘੇ, ਉਸ ਤੋਂ ਬਾਅਦ ਬੱਸ ਆਈ, ਉਹ ਜਿਹੜੀ ਬੱਸ ਆਈ ਉਹਨੂੰ ਸਾਹਮਣੇ ਇੱਕ ਟਰੱਕ ਹੋਰ ਲੰਘ ਗਿਆ, ਦੂਸਰਾ ਜਦੋਂ ਆਇਆ ਉਹਦੇ ਕੋਲ ਦੀ ਲੰਘਦਾ, ਤੀਸਰਾ ਸੜ। ਸਿੱਧਾ ਕਹੋ ਕਿ ਇੱਕ ਬੱਸ ਤੇ ਇੱਕ ਟਰੱਕ ਦਾ ਐਕਸੀਡੈਂਟ ਹੋਇਆ, ਪਰ ਜਿਹੜੀਆਂ ਬਾਕੀ ਕਹਾਣੀਆਂ ਪਾਈਆਂ ਹੁੰਦੀਆਂ, ਉਹਦੇ ਕੋਲ ਦੀ ਲੰਘ ਗਿਆ, ਇੱਕ ਰੁੱਖ ਸੀ ਉਹ 'ਚ ਵੱਜਦੀ ਬਚੀ। ਇਹ ਫਾਲਤੂ ਜਿਹੜੀਆਂ ਗੱਲਾਂ ਹੁੰਦੀਆਂ ਉਹ ਕੱਢਣੀਆਂ ਪੈਂਦੀਆਂ। ਨਵੀਂ SIT ਬਣਾ ਕੇ ਉਹਨੂੰ ਆਖਿਆ ਜਾ ਸਕਦਾ ਕਿ ਇਹ 'ਚੋਂ ਜਿਹੜੀਆਂ ਚੀਜ਼ਾਂ ਤੁਹਾਨੂੰ ਫਾਲਤੂ ਜਾਪਦੀਆਂ ਉਹ ਕੱਟ ਦਿਓ, ਇਹਨੂੰ ਐਡਿਟ ਕਰੋ। ਜਿਹੜੀਆਂ ਗੱਲਾਂ ਤੇ ਜਾਪਦਾ ਕਿ ਉਹਨੇ ਕਲਪਨਾ ਦੀ ਉਡਾਰੀ ਲਾਈ ਆ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਬਦੋ-ਬਦੀ ਫਸਾਉਣ ਦਾ ਯਤਨ ਕੀਤਾ, ਉਹ ਤੁਸੀਂ ਚੀਜ਼ਾਂ ਐਡਿਟ ਕਰ ਦਿਓ। ਐਡਿਟ ਕਰਕੇ ਜਿੰਨਾ ਉਹਦੇ 'ਚ ਅਸਲੀ ਕੰਮ ਦਾ ਮਾਲ ਹੈ ਉਹ ਰੱਖ ਲਓ ਔਰ ਬਣਾ ਕੇ 2 ਜਾਂ 3 ਮਹੀਨਿਆਂ ਦੇ ਅੰਦਰ ਜਿਹੜੀ ਐਕਸ਼ਨ ਟੇਕਨ ਰਿਪੋਰਟ ਆ ਉਹ ਲੈ ਕੇ SIT ਆ ਜਾਵੇ, ਜਿਹੜੀ ਅਦਾਲਤ ਵਿੱਚ ਪੇਸ਼ ਕੀਤੀ ਜਾ ਸਕੇ। ਜੇ ਕਰਨ ਤੇ ਸਰਕਾਰਾਂ ਆ ਜਾਣ ਤੇ ਬਹੁਤ ਕੁਝ ਹੁੰਦਾ। ਅਸੀਂ ਇਹੋ ਜਿਹੇ ਕਮਿਸ਼ਨ ਬਣਦੇ ਵੀ ਵੇਖੇ ਆ ਜਿਹੜੇ ਸਿਰਫ 24 ਘੰਟਿਆਂ ਵਾਸਤੇ ਬਣੇ ਆ। ਇਹ ਤੁਸੀਂ ਮੰਨ ਸਕਦੇ ਕਿ ਜੁਡੀਸ਼ੀਅਲ ਕਮਿਸ਼ਨ ਬਣਿਆ ਹੋਵੇ ਤੇ 24 ਘੰਟਿਆਂ ਲਈ ਬਣਾਇਆ ਗਿਆ ਹੋਵੇ। ਇਹ 25 ਜਨਵਰੀ 1986 ਨੂੰ ਬਣਾਇਆ ਗਿਆ ਸੀ, ਜਦੋਂ ਫੈਸਲਾ ਕਰਨਾ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਸੌਂਪਿਆ ਜਾਵੇ ਕਿ ਨਾ ਸੌਂਪਿਆ ਜਾਵੇ। ਤੇ ਫਿਰ ਉਹ 24 ਘੰਟਿਆਂ ਬਾਅਦ ਉਹਨੇ ਕਮਿਸ਼ਨ ਨੇ ਕਹਿ ਦਿੱਤਾ ਸੀ ਕਿ ਐਡੀ ਛੇਤੀ ਫੈਸਲਾ ਨਹੀਂ ਹੋ ਸਕਦਾ। 24 ਘੰਟਿਆਂ ਵਾਸਤੇ ਵੀ ਇੱਕ ਕਮਿਸ਼ਨ ਬਣਾਇਆ ਗਿਆ ਸੀ। ਇੱਦਾਂ ਦੇ ਵੀ ਬਣ ਸਕਦੇ ਆ, ਤੇ ਜੇ ਉਹ ਬਣ ਸਕਦੇ ਆ ਤੇ ਇਸ ਵੇਲੇ SIT ਟਾਈਮ ਬਾਉਂਡ ਬਣਾ ਕੇ ਇਸ ਤਰ੍ਹਾਂ ਦੀ ਗੱਲ ਕੀਤੀ ਜਾ ਸਕਦੀ ਹੈ ਕਿ ਤੁਸੀਂ ਇੰਨਿਆਂ ਦਿਨਾਂ ਦੇ ਅੰਦਰ ਇੰਨੇ ਹਫ਼ਤਿਆਂ ਦੇ ਅੰਦਰ ਇਹ ਫੈਸਲਾ ਦੇਣਾ, ਔਰ ਉਹਦੇ 'ਚ ਸੀਨੀਅਰ ਅਫਸਰ ਪਾਏ ਜਾ ਸਕਦੇ ਆ। ਉਹ ਸੀਨੀਅਰ ਅਫਸਰ ਚੁਣਨੇ ਵੀ ਇਸ ਵੇਲੇ ਔਖਾ ਹੋ ਜੂ। ਅੱਜ ਜਿਹੜੇ ਮੈਂ ਭਾਜਪਾ ਦੇ ਲੀਡਰ ਦੀ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਉਹਨੇ ਆਹ ਬਿਆਨ ਦਿੱਤਾ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਦਿੱਤਾ, ਉਹਨੇ ਆਪਣੇ 2 ਹੋਰ IG ਜਿਹੜੇ ਆ ਉਹਨਾਂ ਦੇ ਖਿਲਾਫ ਵੀ ਦੋਸ਼ ਲਾਤੇ ਆ। ਇਹ ਤਾਂ ਜੀ ਆਪਣੀਆਂ ਘਰ ਵਾਲੀਆਂ ਨੂੰ ਕੁੱਟਦੇ ਆ। ਹੁਣ ਉਹਨੇ ਕਿਉਂ ਲਾਤੇ ਮੈਨੂੰ ਨਹੀਂ ਪਤਾ, ਪਰ ਜਿਹੜੇ ਇਸ ਵੇਲੇ ਪਿਕਚਰ 'ਚ ਹੀ ਨਹੀਂ, ਜਿਨ੍ਹਾਂ ਦਾ ਇਸ ਕੇਸ ਨਾਲ ਵਾਸਤਾ ਹੀ ਨਹੀਂ, ਉਹਨਾਂ ਦੇ ਬਾਰੇ ਐਵੇਂ ਬੇਲੋੜੀਆਂ ਗੱਲਾਂ, ਉਹਦਾ ਤਾਂ ਕੋਈ ਬਹੁਤਾ ਫਾਇਦਾ ਨਹੀਂ ਸੀ ਹੋਣਾ। ਪਰ ਇਸ ਤਰ੍ਹਾਂ ਦੀਆਂ ਗੱਲਾਂ ਕੱਲ੍ਹ ਨੂੰ ਹੋਣ ਦਾ, ਇਸ ਕਰਕੇ ਪੰਜਾਬ ਸਰਕਾਰ ਨੂੰ ਵੇਖਣਾ ਪਊਗਾ ਕਿ ਅਫਸਰ ਉਹ ਲਾਏ ਜਾਣ ਜਿਹੜੇ ਨਿਰਵਿਵਾਦ ਹੋਣ, ਜਿਨ੍ਹਾਂ ਉੱਤੇ ਕੋਈ ਕਿੰਤੂ ਨਾ ਉੱਠੇ। ਕੱਲ੍ਹ ਨੂੰ ਕੋਈ ਇਹੋ ਜਿਹਾ ਬਦੋਬਦੀ ਦਾ ਮੁੱਦਾ ਨਾ ਬਣ ਸਕੇ ਕਿ ਇੱਕ ਵਾਰੀ ਫਿਰ ਉਹ ਕੁਚੱਜ ਕਰ ਦਿੱਤਾ। ਉਸ ਪਿਛਲੇ ਕੁਚੱਜ ਤੋਂ ਸਬਕ ਸਿੱਖ ਕੇ ਨਵੀਂ ਲੀ ਫੜੀ ਜਾ ਸਕਦੀ ਹੈ। ਜੀ ਪਰ ਸਾਹਿਬ, ਇਹ ਤਾਂ ਚਲੋ ਮਾਮਲਾ ਹੋ ਗਿਆ 2015 ਵਾਲਾ। ਇਹਦੇ ਨਾਲ ਇੱਕ ਹੋਰ ਜਿਹੜਾ ਕਿ ਕਾਫੀ ਦੇਰ ਤੋਂ ਕੇਸ ਕਹਿੰਦੇ ਦੱਬਿਆ ਸੀਗਾ, ਉਸ ਤੋਂ ਬਾਅਦ ਜਦੋਂ ਸਾਹਮਣੇ ਆਇਆ ਤੇ ਫਿਰ ਕਾਫੀ ਉਹਦਾ ਰੌਲਾ ਰੱਪਾ ਪਿਆ ਕਿ ਜੀ ਆਹ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਗਾਇਬ ਨੇ ਜੀ, ਪਤਾ ਹੀ ਨਹੀਂ ਹੈ ਕਿੱਧਰ ਚਲੇ ਗਏ, ਕੀ ਕੀਤਾ ਗਿਆ। ਫਿਰ ਜਥੇਦਾਰ ਸਾਹਿਬ ਦਾ ਬਿਆਨ ਵੀ ਆ ਗਿਆ ਵੀ ਇਹੋ ਜਿਹਾ ਕੁਛ ਨਹੀਂ ਹੋਇਆ, ਜਸਟ ਉਹ ਕਾਗਜ਼ਾਂ ਪੱਤਰਾਂ ਦੇ ਲਿਖਣ ਲੁਖਣ ਦਾ ਬਾਅਦ ਘਾਟ ਹੈ, ਹੋਰ ਕੋਈ ਡਾ ਰੌਲਾ ਨਹੀਂ। ਪਰ ਹੁਣ ਉਹ ਮੁੱਦਾ ਇੱਕ ਵਾਰ ਫਿਰ ਤੋਂ ਜਿੱਦਾਂ ਉੱਠ ਪਿਆ 328 ਸਰੂਪਾਂ ਵਾਲਾ, ਤੇ ਹੁਣ ਸੁਣ 'ਚ ਆ ਰਿਹਾ ਕਿ ਸ਼ਾਇਦ 2 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਵੀ ਮੁੱਦਾ ਚੁੱਕਿਆ ਦੁਬਾਰਾ। ਉਹਦੇ ਬਾਰੇ ਕੀ ਜਾਣਕਾਰੀ ਹੈ ਜੀ? ਦੇਖੋ, ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ, ਉਹਨਾਂ ਨੇ ਬਹੁਤ ਸਪੀਡ ਤੇ ਗੱਡੀ ਭਜਾਈ ਤੇ ਇੱਕਦਮ U-ਟਰਨ ਲੈ ਕੇ ਤੇ ਫਿਰ ਉਨੀ ਸਪੀਡ ਤੇ ਪਿੱਛੇ ਨੂੰ ਭਜਾਈ। ਪਹਿਲਾਂ ਉਹਨਾਂ ਨੇ ਮੁੱਦਾ ਬੜੇ ਜ਼ੋਰ ਨਾਲ ਚੁੱਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 67 ਸਰੂਪ ਗੁੰਮ ਹੋ ਗਏ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਕੀ ਆ? ਸਾਰੇ ਪ੍ਰਬੰਧਕ ਪੇਸ਼ ਹੋ, ਇੱਕ ਜਾਂਚ ਕਮਿਸ਼ਨ ਬਣਾ ਦਿੱਤਾ। ਜਾਂਚ ਕਮਿਸ਼ਨ ਨੇ ਆਖਿਆ ਜੀ 67 ਸਰੂਪ ਨਹੀਂ, 328 ਸਰੂਪ ਗਾਇਬ ਹੋਏ। ਜਥੇਦਾਰ ਸਾਹਿਬ ਨੂੰ ਗੁੱਸਾ ਚੜ੍ਹ ਗਿਆ। ਇਹ ਆਖਿਆ ਕਿ ਇਹਦੇ ਉੱਤੇ ਕਾਰਵਾਈ ਕਰੋ। ਸ਼੍ਰੋਮਣੀ ਕਮੇਟੀ ਨੂੰ ਆਖਿਆ ਛੇਤੀ ਕਰਕੇ ਲਿਆਓ। ਸ਼੍ਰੋਮਣੀ ਕਮੇਟੀ ਨੇ 1 ਹਫ਼ਤੇ 'ਚ ਆਖਿਆ ਜੀ ਫਲਾਣੇ ਤੇ ਮੁਕੱਦਮਾ ਦਰਜ ਕਰਾਵਾਂਗੇ, ਫਲਾਣੇ ਨੌਕਰੀ ਤੋਂ ਕੱਢ ਦਿਆਂਗੇ, ਫਲਾਣੇ ਤੋਂ ਪਿਛਲੇ ਚਾਰਜ ਵਸੂਲ ਕਰਾਂਗੇ, ਆਹ ਕਰਾਂਗੇ। ਉਹ ਬਹੁਤ ਸਖਤ ਫੈਸਲੇ ਲਏ। ਅਸੀਂ ਵੀ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਇੰਨੀ ਜ਼ਰੂਰਤ ਕਿੱਦਾਂ ਕਰ ਲਈ? ਪਰ ਉਹ ਸਾਰੇ ਹੀ ਬੰਦੇ ਕਿਸੇ ਨਾ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ, ਕਿਸੇ ਨਾ ਕਿਸੇ ਅਕਾਲੀ MLA MP ਜਾਂ ਸਾਬਕਾ ਮੰਤਰੀ ਦੇ ਸਾਥੀ ਸਨ। ਉਹਨਾਂ ਸਾਰਿਆਂ ਆਪੋ ਆਪਣੀ ਪਹੁੰਚ ਕੀਤੀ। ਸਿਰਫ 1 ਹਫ਼ਤੇ ਬਾਅਦ ਉਹੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੁਬਾਰਾ ਬੈਠੀ ਤੇ ਆਖਿਆ ਜੀ ਕਿਸੇ 'ਤੇ ਪਰਚਾ ਨਹੀਂ ਦਰਜ ਕਰਾਇਆ ਜਾਊਗਾ, ਕੋਈ ਇਸ ਤਰ੍ਹਾਂ ਦੇ ਕੇਸ ਨਹੀਂ ਬਣਨਗੇ, ਕੋਈ ਬੰਦਾ ਨੌਕਰੀ ਤੋਂ ਨਹੀਂ ਕੱਢਿਆ ਜਾਊ, ਅਸੀਂ ਆਪੇ ਬੈਠ ਕੇ ਅੰਦਰ ਫੈਸਲਾ ਕਰਾਂਗੇ ਜੋ ਅਸੀਂ ਕਰਨਾ। ਫਿਰ ਆਪੇ ਬੈਠ ਕੇ ਜੇ ਤੁਸੀਂ ਬੁਕਲ 'ਚ ਰੋੜੀ ਭੰਨੋਗੇ ਤੇ ਜਿਹੜਾ ਪਹਿਲਾ ਐਲਾਨ ਕੀਤਾ ਸੀ ਉਹ ਕਿਉਂ ਕਰਤਾ? ਇਹਦੇ ਤੋਂ ਬਾਅਦ ਇੱਕ ਸਮਾਗਮ ਕੀਤਾ ਗਿਆ ਅੰਮ੍ਰਿਤਸਰ। ਉਸ ਸਮਾਗਮ 'ਚ ਇਹ ਸਾਰੇ ਪਾਸੇ ਹੋ ਗਏ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਿਹੜੇ ਪਹਿਲਾਂ ਸਾਰਿਆਂ ਨੂੰ ਟੰਗਣ ਨੂੰ ਤਿਆਰ ਹੋਏ ਪਏ ਸੀ, ਉਹਨਾਂ ਨੇ ਮੁੜ ਕੇ ਨਵਾਂ ਭਾਸ਼ਣ ਕਰਤਾ। ਕਹਿੰਦਾ ਇਹ ਐਵੇਂ ਗੱਲਾਂ ਕਰੀ ਜਾਂਦੇ ਨੇ, ਕੋਈ ਸਰੂਪ ਗਾਇਬ ਹੀ ਨਹੀਂ ਹੋਇਆ। ਅਸਲ ਗੱਲ ਕੀ ਆ ਕਿ ਸੰਗਤਾਂ ਨੂੰ ਜਿੱਥੇ ਜਿੱਥੇ ਲੋੜ ਸੀ ਉਹਨਾਂ ਨੇ ਆ ਕੇ ਮੰਗੇ ਤੇ ਉਹਨਾਂ ਨੂੰ ਵੰਡ ਦਿੱਤੇ ਗਏ, ਉਹਨਾਂ ਨੂੰ ਸੌਂਪ ਦਿੱਤੇ ਗਏ, ਉਹ ਸਤਿਕਾਰ ਸਹਿਤ ਲੈ ਗਏ। ਹੁਣ ਫਲਾਣੀ ਟਕਸਾਲ ਹੈ, ਫਲਾਣੀ ਸੰਪਰਦਾ,
ਫਲਾਣੀ ਸੰਸਥਾ ਉਹਨਾਂ ਨੇ ਇੰਨੇ ਗੁਟਕੇ ਛਪਾ ਕੇ ਵੰਡੇ ਤੇ ਸੰਗਤਾਂ ਲੈ ਗਈਆਂ, ਉਹ ਜਿਹੜੇ ਹਜ਼ਾਰਾਂ ਗੁਟਕੇ ਗਏ ਇਹਨਾਂ ਨੂੰ ਪਤਾ ਕਿੱਥੇ ਕਿੱਥੇ ਚਲੇ ਗਏ। ਸਧਾਰਨ ਗੁਰਬਾਣੀ ਦੇ ਨਿਤਨੇਮ ਗੁਟਕੇ ਜਿਹੜੇ ਨੇ, ਉਹਨਾਂ ਸਧਾਰਨ ਗੁਟਕੇ ਜਿਹੜੇ ਹਰ ਘਰ 'ਚ ਹੁੰਦੇ ਆ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਸ ਰੂਪ ਨਾਲ, ਜਿਹਨੂੰ ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਕਹਿ ਕੇ ਜਾਗਤ ਜੋਤ ਦਾ ਦਰਜਾ ਦਿੰਦੇ ਆ, ਉਹਦੇ ਨਾਲ ਬਰਾਬਰ ਮੇਲ ਦੇਣਾ, ਇਹ ਆਖਣਾ ਕਿ ਉਹ ਸਰੂਪ ਹੀ ਉੱਦਾਂ ਹੀ ਦਿੱਤੇ ਗਏ, ਉਹ ਤਾਂ ਹੁਣ ਲੱਭਦੇ ਨਹੀਂ। ਜਿਹੜਾ ਬੰਦਾ ਉਸ ਵਕਤ ਉੱਥੇ ਸੀਗਾ, ਸੁਪਰਵਾਈਜ਼ਰ ਸੀ, ਉਹ ਜਦੋਂ ਫਸਣ ਲੱਗਾ ਸੀ, ਜਦੋਂ ਆਖਿਆ ਸੀ ਉੱਤੇ ਮੁਕੱਦਮਾ ਦਰਜ ਕਰਾਉਣਾ, ਉਹਦੀ ਇੱਕ ਵੀਡੀਓ ਆਈ ਸੀ ਕਿ ਮੇਰੇ ਕੋਲ ਸਲਿੱਪਾਂ ਪਈਆਂ ਨੇ ਕਿ ਕਿਹੜੇ ਕਿਹੜੇ ਅਕਾਲੀ ਲੀਡਰ ਨੇ ਆਖਿਆ ਸੀ ਫਲਾਣੇ ਨੂੰ ਚੁੱਪ ਕਰਕੇ ਦੇ ਦੇ, ਤੇ ਮੈਂ ਦੇ ਗਿਆ, ਸਲਿੱਪਾਂ ਤੇ ਮੇਰੇ ਕੋਲ ਹੈ। ਹੁਣ ਫਿਰ ਉਹਨਾਂ ਸਲਿੱਪਾਂ ਦੀ ਪੜਤਾਲ ਕਿਉਂ ਨਾ ਕੀਤੀ, ਉਹ ਸਾਰਾ ਕੁਝ ਕਿਉਂ ਛੱਡ ਦਿੱਤਾ ਗਿਆ? ਉਹ ਮੁੱਦਾ ਉਸ ਤੋਂ ਬਾਅਦ ਕਿਸੇ ਪਾਸੇ ਲੱਗਾ ਨਹੀਂ ਸੀ। ਇਸ ਹਫ਼ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਦੇ 2 ਮੈਂਬਰਾਂ ਨੇ ਆਖਿਆ ਕਿ ਉਦੋਂ ਬਾਅਦ ਜੀ 3 ਮੀਟਿੰਗਾਂ ਹੋ ਗਈਆਂ ਨੇ। ਅਸੀਂ ਹਰ ਵਾਰੀ ਪੁੱਛਦੇ ਹਾਂ ਕਿ ਪੜਤਾਲ ਵਾਸਤੇ ਕਮੇਟੀ ਬਣਾਈ ਗਈ ਸੀ, ਉਹ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਦੇ ਬਾਰੇ ਸਾਨੂੰ ਤੁਸੀਂ ਦੱਸਦੇ ਕਿਉਂ ਨਹੀਂ? ਇਹ ਕੱਲ੍ਹ ਨੂੰ ਚੋਣਾਂ ਆਉਣਗੀਆਂ, ਫਿਰ ਮੁੱਦਾ ਬਣੂਗਾ। ਕਹਿੰਦੇ ਦੱਸਦੇ ਹੀ ਨਹੀਂ। ਨਾਲ ਹੀ ਉਹਨਾਂ ਨੇ ਦੂਜੀ ਗੱਲ ਕਹਿ ਦਿੱਤੀ, ਉਹ ਕਹਿੰਦੇ ਹਰ ਸਾਲ ਆਪਰੇਸ਼ਨ ਬਲੂ ਸਟਾਰ ਦੇ ਵਕਤ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਚਿੱਠੀ ਜਾਂਦੀ ਹੈ ਸੈਂਟਰ ਗੌਰਮੈਂਟ ਨੂੰ ਕਿ ਸਾਡੇ ਆਪਰੇਸ਼ਨ ਬਲੂ ਸਟਾਰ ਵੇਲੇ ਇੰਨੇ ਧਾਰਮਿਕ ਗ੍ਰੰਥ, ਇੰਨੇ ਇਤਿਹਾਸਿਕ ਗ੍ਰੰਥ, ਇੰਨਾ ਸਮਾਨ ਫੌਜ ਚੁੱਕ ਕੇ ਲੈ ਗਈ ਸੀ, ਵਾਪਸ ਕੀਤਾ ਜਾਵੇ। ਉਹ ਕਹਿੰਦੇ ਜੀ ਉੱਕਾ ਪੁੱਕਾ ਲਿਖਿਆ ਜਾਂਦਾ, ਵਿੱਚ ਗਿਣਤੀ ਨਹੀਂ ਦਿੱਤੀ ਜਾਂਦੀ। ਹੁਣ ਅੱਗੇ ਤਾਂ ਇੱਦਾਂ ਹੁੰਦਾ ਰਿਹਾ, ਕਿਸੇ ਨੇ ਪਰਵਾਹ ਨਹੀਂ ਸੀ ਕੀਤੀ। ਇਸ ਵਾਰੀ ਅਮਿਤ ਸ਼ਾਹ ਸੀ, ਅਮਿਤ ਸ਼ਾਹ ਨੇ ਅੱਗੋਂ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖਤੀ, ਤੁਸੀਂ ਪਹਿਲਾਂ ਦੱਸੋ ਜੀ ਤੁਹਾਡੇ ਕੋਲ ਉੱਥੇ ਹੈ ਕਿੰਨੇ ਸਨ, ਫਿਰ ਇਹ ਦੱਸੋ ਫੌਜ ਕਿੰਨੇ ਚੁੱਕ ਕੇ ਲੈ ਗਈ, ਫਿਰ ਇਹ ਦੱਸੋ ਕਿ ਉਹ 'ਚ ਫੌਜ ਨੇ ਵਾਪਸ ਕਿੰਨੇ ਕੀਤੇ ਤੇ ਕਿਹੜੇ ਕਿਹੜੇ ਕੀਤੇ। ਹੁਣ ਫੌਜ ਨੇ ਜਿਹੜੇ ਵਾਪਸ ਕੀਤੇ ਸੀ, ਉਹਨਾਂ ਰਸੀਦਾਂ ਤੇ ਫੌਜ ਕੋਲ ਹੈਗੀਆਂ ਨੇ, ਇੱਥੇ ਅਗਲੇ ਪਾਸੇ ਹੈ ਨਹੀਂ, ਕਿਉਂਕਿ ਇੱਥੇ ਆਏ ਇਤਿਹਾਸਿਕ ਗ੍ਰੰਥ ਇੱਥੋਂ ਚੋਰੀ ਕਰ ਕਰਕੇ ਉੱਥੇ ਜਾ ਕੇ ਇੰਗਲੈਂਡ ਦੇ ਵਿੱਚ ਉਹਨਾਂ ਦੀ ਬੋਲੀ ਹੋ ਕੇ ਵਿਕੇ ਵੀ ਹੈ, ਔਰ ਬੜੇ ਇਤਿਹਾਸਿਕ ਗ੍ਰੰਥ ਉੱਤੇ ਆ ਕੇ ਧਾਰਮਿਕ ਗ੍ਰੰਥ ਵਿਕੇ ਨੇ। ਉਹਦੇ ਬਾਰੇ ਕਰਨਗੇ ਕੀ, ਕਿਉਂਕਿ ਵੇਚਣ ਵਾਲੇ ਬੰਦੇ ਇਹਨਾਂ ਦੇ ਸਨ। ਚੋਰ ਦੀ ਮਾਂ ਤੇ ਕੋਠੀ 'ਚ ਮੂੰਹ, ਉਸ ਮੁੱਦੇ 'ਤੇ ਇਹਨਾਂ ਨੇ ਆਖਿਆ ਕਿ ਅਸੀਂ ਇੱਕ ਕਮੇਟੀ ਬਣਾਵਾਂਗੇ। 1984 ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਹੁਣ ਤੱਕ ਅਕਾਲ ਤਖਤ ਸਾਹਿਬ ਦੇ ਜਿੰਨੇ ਜਥੇਦਾਰ ਰਹਿ ਚੁੱਕੇ ਸਨ, ਸਿੱਖ ਇਤਿਹਾਸ ਰਿਸਰਚ ਬੋਰਡ ਦੇ ਜਿੰਨੇ ਹੁਣ ਤੱਕ ਮੁਖੀ ਰਹਿ ਚੁੱਕੇ ਸਨ, ਉਹਨਾਂ ਨੂੰ ਸਾਰਿਆਂ ਨੂੰ ਸੱਦਿਆ ਗਿਆ। ਸੱਦ ਕੇ ਫੈਸਲਾ ਹੋਇਆ ਕਿ ਅਸੀਂ ਕਮੇਟੀ ਬਣਾ ਦਿੰਦੇ ਹਾਂ। ਉਹ ਕਮੇਟੀ ਬਣੀ ਨੂੰ ਜੁਲਾਈ 'ਚ ਕਮੇਟੀ ਬਣਾਈ ਸੀ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ 5 ਮਹੀਨੇ ਉਹ ਲੰਘ ਗਏ, 4 ਆ ਲੰਘ ਗਏ, 9 ਮਹੀਨੇ ਹੋ ਗਏ, ਅਜੇ ਤੱਕ ਕਮੇਟੀ ਦੀ ਮੀਟਿੰਗ ਨਹੀਂ ਕਰਦੇ ਪਏ। ਕਿਉਂ ਨਹੀਂ ਕਰਦੇ ਪਏ? ਕਿਉਂਕਿ ਜੇ ਕੀਤੀ ਗਈ ਤਾਂ ਸਾਰਾ ਕੁਝ ਪਤਾ ਲੱਗ ਜਾਣਾ ਕਿ ਇਹ ਕੰਮ ਕਰਨ ਵਾਲੇ, ਘਾਲੇ ਮਾਲੇ ਕਰਨ ਵਾਲੇ ਤੇ ਬੰਦੇ ਆਪਣੇ ਆ, ਕਾਰਵਾਈ ਕਿਹਦੇ ਖਿਲਾਫ ਕਰਨਗੇ। ਇਸ ਕਰਕੇ ਉਹ ਮੁੱਦਾ ਉਹਨਾਂ ਦੁਬਾਰਾ ਚੁੱਕਤਾ। ਉਹ ਕਹਿੰਦੇ 2017 ਦੀਆਂ ਚੋਣਾਂ 'ਚ ਬਰਗਾੜੀ ਦਾ ਬੇਅਦਬੀ ਕਾਂਡ ਜਿਹੜਾ, ਉਹ ਅਕਾਲੀ ਦਲ ਦੇ ਜਿਹੜੀ ਬਹਿ ਗਿਆ ਸੀ। ਹੁਣ ਉਹਨਾਂ ਨੇ ਆਖਿਆ ਜੀ ਅਸੀਂ ਅਕਾਲੀ ਲੀਡਰ ਹਾਂ, ਅਸੀਂ ਕੱਲ੍ਹ ਨੂੰ ਲੋਕਾਂ 'ਚ ਜਾਣਾ, ਅਸੀਂ ਜਵਾਬ ਕੀ ਦੇਈਏ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ 'ਤੇ ਕੁਝ ਕਰਦੀ ਕਿਉਂ ਨਹੀਂ? ਇਹ ਮੁੱਦਾ ਇਹਨਾਂ ਦੇ ਆਪਣੇ ਬੰਦਿਆਂ ਨੇ ਚੁੱਕਿਆ, ਕਿਸੇ ਬਾਹਰਲੇ ਨੇ ਨਹੀਂ ਚੁੱਕਿਆ। ਪਰ ਸਭ ਇੱਕ ਜਿਹੜਾ ਦਿੱਲੀ 'ਚ ਜਿੱਦਾਂ ਤੁਸੀਂ ਹੁਣੇ ਫਿਰ ਕਿਹਾ ਕਿ ਵੀ ਉੱਥੇ ਲੋਕਡਾਊਨ ਵਧਾ ਦਿੱਤਾ ਗਿਆ, ਉੱਥੇ 25 ਨੂੰ ਇਲੈਕਸ਼ਨ ਹੋਣੀ ਸੀ ਗੁਰਦੁਆਰਾ ਕਮੇਟੀ ਦੀ, ਉਹ ਤਾਂ ਪੋਸਟਪੋਨ ਕਰ ਦਿੱਤੀ। ਪਰ ਦੂਜੇ ਪਾਸੇ ਮੇਰਾ ਖਿਆਲ ਪੱਛਮੀ ਬੰਗਾਲ ਵਾਲਾ ਜਿਹੜਾ ਆਖਰੀ ਦੌਰ ਰਹਿ ਗਿਆ, ਉਹਨੂੰ ਪੋਸਟਪੋਨ ਨਹੀਂ ਕੀਤਾ ਗਿਆ, ਉਹ ਉਸੇ ਤਰ੍ਹਾਂ ਹੀ ਚੱਲਦਾ ਪਿਆ। ਇਹਨੂੰ ਪੋਸਟਪੋਨ ਕਰਨਾ ਤੇ ਉਹਨੂੰ ਨਾ ਕਰਨਾ, ਇਹਦੇ 'ਚ ਵੀ ਕੋਈ ਸਿਆਸਤ ਹੈ? ਜੇ ਪੱਛਮੀ ਬੰਗਾਲ ਦੇ ਵਿੱਚੋਂ ਇਹ ਰਿਪੋਰਟ ਅੱਜ ਆ ਗਈ ਔਰ ਸਰਕਾਰੀ ਤੌਰ 'ਤੇ ਮੰਨ ਲਿਆ ਗਿਆ ਕਿ ਪਿਛਲੇ 1 ਮਹੀਨੇ ਦੇ ਵਿੱਚ ਜਦੋਂ ਚੋਣ ਪ੍ਰਚਾਰ ਚੱਲਦਾ ਸੀ, ਇਸ ਅਪ੍ਰੈਲ ਦੇ ਵਿੱਚ ਉੱਥੇ ਕੇਸਾਂ ਦੀ ਗਿਣਤੀ 5 ਗੁਣਾ ਵੱਧ ਗਈ। ਜੇ 5 ਗੁਣਾ ਵੱਧ ਗਈ ਹੈ ਤਾਂ ਸਰਕਾਰ ਨੂੰ ਚਾਹੀਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰੋਨਾ ਵਾਇਰਸ ਦਾ ਕਰਕੇ, ਲਾਕਡਾਊਨ ਲੱਗੇ ਦਾ ਕਰਕੇ ਜੇ ਰੋਕੀਆਂ ਜਾ ਸਕਦੀਆਂ ਨੇ ਤੇ ਪੱਛਮੀ ਬੰਗਾਲ ਦੀਆਂ ਵੀ ਰੋਕੀਆਂ ਜਾ ਸਕਦੀਆਂ ਔਰ ਰੋਕ ਦੇਣੀਆਂ ਚਾਹੀਦੀਆਂ ਸਨ। ਇਹ ਇਸ ਵੇਲੇ ਕੋਈ ਜ਼ਰੂਰੀ ਆ ਕਿ ਹੁਣੇ ਉਸ ਰਾਜ ਦੇ ਉੱਤੇ ਕਬਜ਼ਾ ਕਰਨਾ? ਜੇ ਜਿਹਦਾ ਕੋਈ ਤੇ ਕੋਈ ਨਹੀਂ, ਬਾਅਦ ਵਿੱਚ ਕਰ ਲਿਓ, ਬੜੇ ਮੌਕੇ ਆਉਣੇ ਆ, ਲੋਕਾਂ ਕੋਲ ਇੱਕ ਵਾਰੀ ਫਿਰ ਚੱਲ ਜਾਓ। ਇਹ ਕਿਉਂ ਇਸ ਵੇਲੇ ਜਿਹਦਾ ਇਹ ਕਰ ਦੇਣਾ ਚਾਹੀਦਾ ਸੀ? ਦਿੱਲੀ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਲਿਖ ਕੇ ਭੇਜ ਦਿੱਤਾ ਕਿ ਤੁਸੀਂ ਇਹ ਚੋਣ ਜਿਹੜੀ ਆ ਰੱਦ ਕਰ ਦਿਓ, ਇਹ ਮੁਲਤਵੀ ਕਰ ਦਿਓ। ਲੈਫਟੀਨੈਂਟ ਗਵਰਨਰ ਨੇ 2 ਦਿਨ ਤੱਕ ਉਹ ਜਿਹੜੀ ਤਜਵੀਜ਼ ਸੀ ਉਹਨੂੰ ਰੋਕ ਛੱਡਿਆ। ਕੇਂਦਰ ਵਾਲਿਆਂ ਨੇ ਸਲਾਹ ਕਰਦੇ ਹੋ ਵੀ ਜੇ ਇੱਥੇ ਰੱਦ ਕੀਤੀ ਜਾਂ ਮੁਲਤਵੀ ਕੀਤੀ ਤੇ ਕਿਤੇ ਬੰਗਾਲ ਦਾ ਰੌਲਾ ਤਾਂ ਨਾ ਪੈ ਜੂ, ਕੀ ਕਰੀਏ? 2 ਦਿਨਾਂ ਬਾਅਦ ਜਦੋਂ ਵੇਖਿਆ ਕਿ ਹੁਣ ਲਾਕਡਾਊਨ ਹੀ ਲੱਗ ਗਿਆ ਤੇ ਲੋਕੀ ਵੋਟਾਂ ਪਾਉਣ ਕਿੱਦਾਂ ਆਉਣਗੇ, ਫਿਰ ਉਹਨੇ ਆਖਿਆ ਹਾਂਜੀ ਇਹ ਇਸ ਵੇਲੇ ਹਾਲਾਤ ਇੱਦਾਂ ਦੇ ਆ ਕਿ ਇਹ ਮੁਲਤਵੀ ਕਰਨੀ ਪੈਣੀ ਹੈ। ਪਰ ਜਦੋਂ 7 ਪਾਰਟੀਆਂ ਉੱਥੇ ਲੜਦੀਆਂ ਪਈਆਂ ਸਿੱਖਾਂ ਦੀਆਂ ਆਪੋ 'ਚ ਦਿੱਲੀ ਦੀ ਗੁਰਦੁਆਰਾ ਕਮੇਟੀ ਦੇ ਉੱਤੇ ਕਬਜ਼ਾ ਕਰਨ ਵਾਸਤੇ, ਉਹਨਾਂ 7 ਪਾਰਟੀਆਂ ਵਿੱਚੋਂ ਗੁਰਪ੍ਰੀਤ ਜੀ ਕਿਸੇ ਇੱਕ ਵੀ ਪਾਰਟੀ ਨੇ ਚੋਣਾਂ ਮੁਲਤਵੀ ਕਰਨ ਦਾ ਵਿਰੋਧ ਨਹੀਂ ਕੀਤਾ, ਇਹਦੀ ਕੋਈ ਨਿਖੇਧੀ ਨਹੀਂ ਕੀਤੀ, ਇਹਦੀ ਕੋਈ ਨਿੰਦਾ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ ਕੀ ਇਸ ਵੇਲੇ ਹਾਲਤ ਬਣੀ ਹੈ। ਤੇ ਜੇ ਇੱਥੇ ਸੀ ਤੇ ਪੱਛਮੀ ਬੰਗਾਲ ਵਿੱਚ ਵੀ ਇੱਦਾਂ ਦਾ ਕੋਈ ਹੁਕਮ ਕੀਤਾ ਜਾ ਸਕਦਾ ਸੀ, ਕੀਤਾ ਨਹੀਂ ਗਿਆ ਤੇ ਉਹ ਗਲਤ ਕੀਤਾ। ਜੀ,
ਤੇ ਇਕਬਾਲ ਸਾਹਿਬ, ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ, ਜ਼ਿਕਰ ਕਰ ਲਈਏ ਕਿ ਜਿਹੜਾ ਉਹ ਭਾਰਤੀ ਫੌਜੀਆਂ ਵਾਲੀ ਗੱਲ ਸੀਗੀ ਜੀ, ਮੇਰਾ ਖਿਆਲ ਪਹਿਲੀ ਸੰਸਾਰ ਜੰਗ ਵੇਲੇ ਕਿ ਉਹਨਾਂ ਨੂੰ ਸਨਮਾਨ ਨਹੀਂ ਦੇ ਸਕੀ ਸੀ ਉਸ ਵੇਲੇ ਦੀ ਸਰਕਾਰ, ਤੇ ਹੁਣ ਸ਼ਾਇਦ ਬਰਤਾਨੀਆ ਦੀ ਸਰਕਾਰ ਨੇ ਮਾਫੀ ਮੰਗੀ ਹੈ ਜੀ। ਉਹ ਕਿਉਂਕਿ ਦੇਖੋ, ਇੰਪੋਰਟੈਂਟ ਗੱਲ। ਤੁਸੀਂ ਇੱਕ ਗੱਲ ਆਖੀ, ਮੈਂ ਦੋ ਕਰੂੰਗਾ। ਉਹਦੇ 'ਚ ਇਹ ਆ ਕਿ ਪਹਿਲੀ ਤਾਂ ਇਹ ਕਿ ਪਹਿਲੀ ਸੰਸਾਰ ਜੰਗ ਜਦੋਂ ਲੱਗੀ, ਜੀ ਜੀ ਅਸੀਂ ਭਾਰਤੀ ਲੋਕ ਅੰਗਰੇਜ਼ਾਂ ਦੇ ਗੁਲਾਮ ਸਾਂ। ਭਾਰਤੀਆਂ ਨੂੰ ਫੌਜੀ ਬਣਾ ਕੇ ਭਾਵੇਂ ਲੈ ਕੇ ਗਿਆ, ਪਰ ਅਸਲ 'ਚ ਲੜਨ ਵਾਲੇ ਉਹਨਾਂ ਨੇ ਗੁਲਾਮ ਬਣਾ ਕੇ ਵਰਤਿਆ। ਜਿਹੜੇ ਉੱਥੇ ਮਰ ਗਏ ਉਹਨਾਂ ਦੀਆਂ ਲਾਸ਼ਾਂ ਜਾ ਕੇ ਢੇਰਾਂ ਦੇ ਢੇਰ ਕਬਰਾਂ 'ਚ ਦੱਬ ਦਿੱਤੀਆਂ। ਜੀ ਪੂਰੀ ਤਰ੍ਹਾਂ ਪਲੇਟਾਂ ਵੀ ਉਹਨਾਂ ਦੀਆਂ ਕਬਰਾਂ 'ਤੇ ਨਹੀਂ ਲਾਈਆਂ ਗਈਆਂ। ਬਦਸਲੂਕੀ ਕੀਤੀ ਗਈ ਆ। ਉਹ ਮੁੱਦਾ ਇਸ ਹਫ਼ਤੇ ਉੱਠਿਆ ਸੀ ਅਤੇ ਬਰਤਾਨੀਆ ਦੇ ਸਰਕਾਰ ਨੇ ਉੱਥੇ ਆਖਿਆ ਪਾਰਲੀਮੈਂਟ 'ਚ ਕਿ ਉਹ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਉਹਨਾਂ ਨੂੰ ਇਹ ਕੰਮ, ਕਿਉਂਕਿ ਹੁਣ ਤੋਂ ਤਕਰੀਬਨ 105-7 ਸਾਲ ਪਹਿਲਾਂ ਹੋਇਆ, ਇਸ ਵੇਲੇ ਅਸੀਂ ਕੁਝ ਕਰ ਨਹੀਂ ਸਕਦੇ। ਉਹ ਸਾਰੇ ਲੋਕ ਇਸ ਵੇਲੇ ਦੁਨੀਆ 'ਤੇ ਨਹੀਂ, ਸਜ਼ਾ ਕਿਸੇ ਨੂੰ ਦਿੱਤੀ ਨਹੀਂ ਜਾ ਸਕਦੀ। ਇੱਕੋ ਹੀ ਗੱਲ ਹੈ ਕਿ ਅਸੀਂ ਬਰਤਾਨੀਆ ਦੀ ਸਰਕਾਰ ਉੱਤੇ ਸ਼ਰਮ ਮਹਿਸੂਸ ਕਰਦੇ ਹਾਂ, ਅਸੀਂ ਇਹਦੀ ਮਾਫੀ ਮੰਗਦੇ ਹਾਂ। ਇਹ ਤੋਂ ਵੱਧ ਹੋਰ ਕੁਝ ਹੋ ਨਹੀਂ ਸਕਦਾ। ਦੂਜੀ ਗੱਲ, ਜਾਂਦੇ ਜਾਂਦੇ ਤੁਸੀਂ ਆਖੀ ਹੈ, ਉਹ ਮੈਂ ਇਹ ਜ਼ਰੂਰ ਕਰਨੀ ਚਾਹੁੰਦਾ ਕਿ ਜਦੋਂ ਸੰਕਟ ਦੇ ਸਮੇਂ ਵੀ ਹੁੰਦੇ ਆ, ਕੁਛ ਲੋਕ ਮਿਸਾਲ ਬਣਦੇ ਹੁੰਦੇ ਆ। ਜਦੋਂ ਅਯੁੱਧਿਆ ਕਾਂਡ ਹੋਇਆ ਸੀ, ਚਾਰੇ ਪਾਸੇ ਦਿੱਲੀ 'ਚ ਭਾਰਤ ਵਿੱਚ ਦੰਗੇ ਹੁੰਦੇ ਪਏ ਸਨ, ਉਦੋਂ ਇੱਕ ਹਿੰਦੂ ਮੁੰਡੇ ਦਾ ਐਕਸੀਡੈਂਟ ਹੋ ਗਿਆ। ਹਸਪਤਾਲ ਜਦੋਂ ਮਰਨਾਊ ਪਿਆ ਸੀ, ਉਦੋਂ ਉਹਨੇ ਆਪਣੀ ਇੱਛਾ ਲਿਖਾਈ ਸੀ ਕਿ ਮੈਂ ਮਰ ਚੱਲਿਆ, ਜੇ ਮੈਂ ਮਰ ਜਾਵਾਂ ਤਾਂ ਮੇਰੀ ਇੱਕ ਅੱਖ ਇੱਕ ਹਿੰਦੂ ਨੂੰ ਅਤੇ ਇੱਕ ਮੁਸਲਮਾਨ ਨੂੰ ਲਾ ਦਿਓ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਮਰਦੇ ਵਕਤ ਤੱਕ ਵੀ ਹਿੰਦੁਸਤਾਨ ਦੇ ਵਿੱਚ ਲੋਕਾਂ ਦੀ ਏਕਤਾ ਚਾਹੁੰਦਾ ਸੀ। ਔਰ ਉਹ ਮਿਸਾਲ ਬਹੁਤ ਦੇਰ ਤੱਕ ਦਿੱਤੀ ਜਾਂਦੀ ਰਹੀ ਸੀ। ਇਸ ਵਾਰੀ ਇੱਕ ਗੱਲ ਹੋਰ ਹੋਈ ਹੈ ਕਿ ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਇੱਕ ਨੌਜਵਾਨ ਕਰੋਨਾ ਵਾਇਰਸ ਨਾਲ ਪੀੜਤ ਹੋ ਕੇ ਮਰ ਗਿਆ। ਮਾਂ ਬਾਪ ਦਾ ਇਕੱਲਾ ਇਕੱਲਾ ਪੁੱਤ ਸੀ, ਅੱਗੋਂ ਧੀ ਵੀ ਕੋਈ ਨਹੀਂ। ਉਹਦੇ ਨਾਂ ਦੇ ਉੱਤੇ ਉਹ ਮਾਂ ਬਾਪ ਨੇ ਛੋਟੇ ਹੁੰਦਿਆਂ ਤੋਂ ਇੱਕ ਐਫ ਡੀ ਕਰਾਈ ਸੀ, ਉਹ 15 ਲੱਖ ਰੁਪਏ ਦੀ ਹੈ। ਮਾਂ ਬਾਪ ਨੇ ਉਹ 15 ਲੱਖ ਰੁਪਏ ਦੀ ਜਿਹੜੀ ਐਫ ਡੀ ਉਹ ਵੀ ਤੜਾਈ। ਉਸ ਮੁੰਡੇ ਦੀ ਜਿਹੜੀ ਕਾਰ ਸੀ, ਉਸ ਕਾਰ ਨੂੰ ਵੇਚ ਕੇ ਐਂਬੂਲੈਂਸ ਬਣਾਤੀ ਲੋਕਾਂ ਦੀ ਸੇਵਾ ਕਰਨ ਵਾਸਤੇ। ਉਸ 15 ਲੱਖ ਦੇ ਵਿੱਚੋਂ ਉਹ ਰੋਜ਼ ਤੁਰ ਪਏ ਆ, ਪੁੱਛ ਲੈਂਦੇ ਆ ਜਿਹਨੂੰ ਆਕਸੀਜਨ ਦੀ ਲੋੜ ਆ ਉਹਦੇ ਵਾਸਤੇ ਪੈਸੇ ਦਿੰਦੇ ਆ। ਬਾਕੀ ਪੈਸਿਆਂ 'ਚੋਂ ਘਰ ਘਰ ਜਾ ਕੇ ਲੋਕਾਂ ਨੂੰ ਲੱਭ ਕੇ ਗਲੀ ਗਲੀ ਜਾ ਕੇ ਅਤੇ ਇੱਕੋ ਹੀ ਹੋਕਾ ਦਿੰਦੇ ਆ, ਸਾਡਾ ਪੁੱਤ ਮਰ ਗਿਆ, ਕਿਸੇ ਹੋਰ ਦਾ ਨਾ ਮਰੇ, ਆਓ ਤੁਹਾਨੂੰ ਟੀਕਾ ਅਸੀਂ ਲਵਾ ਕੇ ਲਿਆਈਏ। ਮੈਂ ਸਮਝਦਾ ਇਹੋ ਜਿਹਾ ਪਰਿਵਾਰ ਜਿਹੜਾ ਇਹੋ ਜਿਹੇ ਸੰਕਟ ਦੇ ਸਮੇਂ ਵੀ ਜਿਸ ਤਰ੍ਹਾਂ ਨੇਕੀ ਦਾ ਕੰਮ ਕਰਦਾ ਪਿਆ, ਉਸ ਪਰਿਵਾਰ ਨੂੰ ਸਲਾਮ ਕਰਨਾ ਚਾਹੀਦਾ, ਨਮਸਕਾਰ ਕਰਨੀ ਚਾਹੀਦੀ ਹੈ, ਉਹਦਾ ਸਨਮਾਨ ਹੋਣਾ ਚਾਹੀਦਾ। ਇੰਨੀ ਹਿੰਮਤ ਇਹੋ ਜਿਹੇ ਮੌਕੇ ਦੇ ਉੱਤੇ ਵੀ, ਔਰ ਆਪਣਾ ਬੈਲੈਂਸ ਕਾਇਮ ਰੱਖ ਕੇ ਘਰ ਘਰ ਜਾਣਾ ਔਰ ਸਾਰਾ ਕੁਝ ਉਹਦੇ ਉੱਤੇ ਲਾ ਦੇਣਾ। ਉਹ ਕਹਿੰਦੇ ਸਾਡੇ ਪੁੱਤ ਨੂੰ ਅਸਲੀ ਸ਼ਰਧਾਂਜਲੀ ਇਹ ਆ ਕਿ ਸਾਡਾ ਪੁੱਤ ਗਿਆ, ਕਿਸੇ ਹੋਰ ਦਾ ਨਾ ਜਾਵੇ। ਮੈਂ ਸਮਝਦਾ ਉਹ ਮਹਿਤਾ ਪਰਿਵਾਰ ਹੈ, ਰਸਿਕ ਲਾਲ ਮਹਿਤਾ ਅਤੇ ਉਹਦੀ ਪਤਨੀ, ਉਹਨਾਂ ਨੇ ਜੋ ਕੁਝ ਇਹ ਕਰ ਵਿਖਾਇਆ, ਜੋ ਉਹਨਾਂ ਦੀ ਮਿਸਾਲ ਆ, ਇਹ ਬਾਕੀ ਸਾਰਿਆਂ ਵਾਸਤੇ ਰਾਹ ਦਿਖਾਵਾ ਹੋ ਸਕਦੀ ਹੈ। ਬਿਲਕੁਲ ਠੀਕ ਹੈ, ਵਾਕਈ ਮਨਸੂਬ ਇਹ ਬਹੁਤ ਵੱਡੇ ਦਿਲ ਦੀ ਗੱਲ ਆ, ਤੇ ਤੁਸੀਂ ਸਮਾਂ ਕੱਢਿਆ ਜੀ, ਤੁਹਾਡਾ ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਆਸ ਕਰਦੇ ਹਾਂ ਕਿ ਇਹਨਾਂ ਗੱਲਾਂ ਬਾਤਾਂ ਤੋਂ ਕਾਫੀ ਕੁਝ ਤੁਹਾਨੂੰ ਲੱਭਿਆ ਹੋਵੇਗਾ। ਪ੍ਰਾਈਮ ਮਿਨਿਸਟਰ ਟੀਵੀ ਆਪਣੀ ਕੋਸ਼ਿਸ਼ ਕਰੀ ਜਾ ਰਿਹਾ ਹੈ ਕਿ ਜਿਹੜੀ ਵੀ ਸਟੀਕ ਜਾਣਕਾਰੀ ਹੋਈ ਤੁਹਾਡੇ ਤੱਕ ਪਹੁੰਚਦੀ ਕਰਦੀ ਹੈ। ਅੱਗੇ ਫੈਸਲਾ ਤੁਸੀਂ ਲੈਣਾ ਜਾਂ ਸਰਕਾਰਾਂ ਨੇ ਲੈਣਾ। ਸੋ ਅਸੀਂ ਆਸ ਉਮੀਦ ਦੇ ਨਾਲ ਕਿ ਵੀ ਕੱਲ੍ਹ ਨੂੰ ਦੁਬਾਰਾ ਮਿਲਾਂਗੇ। ਦੇਖਦੇ ਰਹਿਣਾ ਪ੍ਰਾਈਮ ਮਿਨਿਸਟਰ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।